ਜਿਹੜੀ ਫਸਲ ਬੀਮਾ ਯੋਜਨਾ ਪੰਜਾਬ ਨੇ ਤਾਂ ਲਾਗੂ ਨਹੀਂ ਸੀ ਕੀਤੀ, ਹਰਿਆਣੇ ਦੇ ਵਿੱਚ ਲਾਗੂ ਹੋਈ, ਜ਼ਬਰਦਸਤੀ ਕਿਸਾਨਾਂ 'ਤੇ ਲਾਗੂ ਕੀਤੀ, ਵਿੱਚ ਵੀ ਜ਼ਿਕਰ ਕੀਤਾ ਕਿ ਰਾਫੇਲ ਤੋਂ ਵੱਡਾ ਘੁਟਾਲਾ ਹੈ। ਤੁਸੀਂ ਦੇਖਦੇ ਹੋ ਅਮਰਿੰਦਰ ਸਿੰਘ ਦੇ ਵਿਵਾਦ ਦੇ, ਉਹ ਤੋਂ ਯਕੀਨ ਨਹੀਂ ਵੱਝਦਾ ਕਿ ਤੁਸੀਂ ਕਿੰਨਾ ਸਮਾਂ ਕੀ ਕਰ ਸਕਦੇ ਹੋ। ਤੁਸੀਂ ਜਿਹੜੇ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਮੁੱਚੇ ਕਰਜ਼ੇ ਦੇ ਨਾਲ ਰਾਹਤ ਦੇਣ ਦੀ ਗੱਲ ਕੀਤੀ, ਤੁਸੀਂ ਘਰ ਘਰ ਨੌਕਰੀ ਦੀ ਗੱਲ ਕੀਤੀ, ਤੁਸੀਂ ਨਸ਼ਾ ਬਿਲਕੁਲ ਲੱਕ ਤੋੜਨ ਦੀ ਗੱਲ ਕੀਤੀ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਦੇ ਮਾਮਲੇ 'ਚ ਗੱਲ ਕੀਤੀ। ਕਿਹੜੀ ਗੱਲ 'ਚ ਤੁਸੀਂ 2 ਕਦਮ ਚੱਲ ਪਏ ਹੋ ਕਿਸੇ ਰੂਪ ਦੇ ਵਿੱਚ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਹਦੀ ਹਮਾਇਤ ਕਰਨਾ ਤਿੰਨੋਂ ਆਰਡੀਨੈਂਸਾਂ ਦੀ, ਜਾਂ ਉਹਨੂੰ ਇਹ ਕਹਿਣਾ ਵੀ ਇਹ 'ਚ ਕਿਤੇ ਨਹੀਂ ਲਿਖਿਆ, ਲੋਕਾਂ ਨੇ ਪੜ੍ਹੇ ਨਹੀਂ, ਅਤੇ ਜਾਂ ਤਾਂ ਸਾਰੇ ਇਕੋਨਮਿਸਟ, ਸਾਰੇ ਦੇਸ਼ ਦੇ ਵਿਦਵਾਨ ਜਿਹੜੇ ਨੇ, ਜਿਨ੍ਹਾਂ ਨੂੰ ਸਮਝ ਹੈ ਅਰਥ ਵਿਵਸਥਾ ਦੀ, ਜਿਨ੍ਹਾਂ ਨੂੰ ਸਮਝ ਹੈ ਖੇਤੀ ਦੀ, ਤੁਸੀਂ ਉਹਨਾਂ ਨੂੰ ਬੇਵਕੂਫ ਕਹਿ ਰਹੇ ਕਿ ਸਭ ਨੂੰ ਕਹਿਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਵੀ ਕਿਤੇ ਗੜਬੜ ਸਾਡੇ ਅੰਦਰ ਹੈ। ਜਿਹਦੇ ਹੱਥ 'ਚ ਫੂਡ ਹੋਏਗਾ, ਜਿਹਦੇ ਹੱਥ 'ਚ ਖੁਰਾਕ ਹੋਏਗੀ, ਉਹ ਸਭ ਤੋਂ ਦੁਨੀਆ 'ਚ ਉਥਲ ਪੁਥਲ ਵੀ ਜਦ ਮਰਜ਼ੀ ਕਰਾ ਦੇ। ਉਹ ਕਿਸੇ ਸਿਆਸਤਦਾਨ ਦੇ ਸੰਗੀ ਘੁੱਟ ਕੇ ਜਦ ਮਰਜ਼ੀ ਕੋਈ ਗੱਲ ਵੀ ਕਰਾ ਲੇ। ਔਰ ਇਸੇ ਕਰਕੇ ਲਗਭਗ ਦੁਨੀਆ ਦੇ 33-34 ਮੁਲਕਾਂ 'ਚ ਫੂਡ ਰਾਈਟਸ ਹੋ ਰਹੇ ਨੇ। ਅਤੇ ਜੇ 167 ਰੁਪਏ ਕੁਆਂਟਲ ਦਾ ਫਰਕ ਪੈ ਜਾਊਗਾ ਕਿਸੇ ਨੂੰ ਖਰੀਦਣ ਦੇ ਮਾਮਲੇ 'ਚ, ਝੋਨੇ ਦੇ ਵਿੱਚ ਅਤੇ ਕਣਕ ਦੇ ਵਿੱਚ 160 ਤੋਂ ਲੈ ਕੇ 170 ਰੁਪਏ ਤੱਕ ਦਾ ਗੈਪ ਹੈ, ਤਾਂ ਇਹੋ ਜਿਹਾ ਵਪਾਰੀ ਕੋਈ ਮੂਰਖ ਨਹੀਂ ਜਿਹੜਾ 170 ਵਾਧੂ ਦੇਊਗਾ। ਅਤੇ ਇਹਦੇ ਨਾਲ ਕੇਵਲ ਆਰਥਿਕ ਨਹੀਂ, ਸੱਭਿਆਚਾਰਕ ਸੰਕਟ ਦਾ ਵੀ ਇੱਕ ਦੌਰ ਹੈ, ਕਿਉਂਕਿ ਪੰਜਾਬ ਦਾ ਜਿਹੜਾ ਜੱਟ ਕਿਸਾਨੀ ਹੈ, ਉਹਦੇ ਕੋਲ 2 ਕਨਾਲਾਂ ਵੀ ਜ਼ਮੀਨ ਹੈ, ਉਹ ਦੂਜੇ ਦੇ ਜਾ ਕੇ ਦਿਹਾੜੀ ਕਰਨ ਲਈ ਤਿਆਰ ਨਹੀਂ। ਆਪਣੇ ਖੇਤ ਦੇ ਵਿੱਚ ਕੰਮ ਕਰਨ ਲਈ ਤਾਂ ਤਿਆਰ ਹੈ, ਜਾਂ ਤਾਂ ਕੋਈ ਉਹਨੂੰ ਹੋਰ ਜੌਬ ਮਿਲ ਜੇ, ਖੇਤੀ ਟਾਈਪ ਹੀ ਦਿਹਾੜੀ ਕਰਨ ਲਈ ਉਹ ਤਿਆਰ ਨਹੀਂ ਹੈ। BSH ਨਿਊਜ਼ ਪੁਆਇੰਟ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ ਹਮੀਰ ਸਿੰਘ ਜੀ, ਸੀਨੀਅਰ ਜਰਨਲਿਸਟ ਨੇ। ਮੁੱਦਾ ਹੈ ਕਿਸਾਨੀ ਬਾਰੇ ਆਏ ਆਰਡੀਨੈਂਸਾਂ ਦਾ। ਹਮੀਰ ਜੀ, ਸਾਨੂੰ ਇਹ ਦੱਸੋ ਵੀ ਇਹ ਆਰਡੀਨੈਂਸ ਕੀ ਨੇ? ਇਹਦੇ ਬਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਹੀ ਨਹੀਂ ਹੈ। ਕੀ ਆਰਡੀਨੈਂਸ ਆਏ ਨੇ, ਕਿਉਂ ਇਹਦਾ ਇੰਨਾ ਜਿਹੜਾ ਰੌਲਾ ਪੈ ਰਿਹਾ, ਕਿਉਂ ਪੈ ਰਿਹਾ? ਅਸਲ ਦੇ ਵਿੱਚ 5 ਜੂਨ ਨੂੰ 3 ਆਰਡੀਨੈਂਸ ਜਿਹੜੇ ਨੋਟੀਫਾਈ ਹੋਏ ਨੇ, ਔਰ ਉਹ ਤਿੰਨਾਂ ਨੂੰ ਇਕਜੁੱਟ ਕਰਕੇ ਹੀ ਦੇਖਿਆ ਜਾ ਸਕਦਾ, ਕਿਉਂਕਿ ਤਿੰਨੋਂ ਇੱਕੋ ਗੱਲ ਨਾਲ ਸੰਬੰਧਿਤ ਨੇ। ਤਿੰਨਾਂ ਦਾ ਸੰਬੰਧ ਖੇਤੀ ਦੀਆਂ ਫਸਲਾਂ ਦੇ ਮੰਡੀਕਰਨ ਨਾਲ ਹੈ। ਪਹਿਲਾ ਸੰਬੰਧ ਤਾਂ ਪਹਿਲਾ ਜਿਹੜਾ ਆਰਡੀਨੈਂਸ ਹੈ ਉਹ ਤਾਂ ਇਹ ਹੈ ਕਿ ਜ਼ਰੂਰੀ ਸੇਵਾਵਾਂ ਜਿਹੜੀਆਂ ਵਸਤਾਂ ਸੀਗੀਆਂ, ਇਸ ਤੋਂ ਪਹਿਲਾਂ 1955 ਦਾ ਐਕਟ ਬਣਿਆ ਹੋਇਆ ਆਲਰੇਡੀ, ਉਹ ਵਸਤਾਂ ਦੇ ਵਿੱਚ ਹੁਣ ਪਹਿਲਾਂ ਇੱਕ ਰੋਕ ਸੀ ਕਿ ਤੁਸੀਂ ਕੋਈ ਵੀ ਇੱਕ ਬੰਦਾ ਇਦੋਂ ਵੱਧ ਨਹੀਂ ਰੱਖ ਸਕਦਾ, ਜ਼ਖੀਰਾ ਨਹੀਂ ਰੱਖ ਸਕਦਾ। ਹੁਣ ਉਹ ਜ਼ਖੀਰੇਬਾਜ਼ੀ ਟੋਟਲ ਫ੍ਰੀ ਕਰਤੀ ਕਿ ਕੋਈ ਵੀ ਕੰਪਨੀ, ਕੋਈ ਵਿਅਕਤੀ ਜਿੰਨਾ ਮਰਜ਼ੀ ਚਾਹੇ ਤਾਂ ਉਹ ਖਰੀਦ ਸਕਦਾ ਮਾਲ, ਜਿੰਨਾ ਮਰਜ਼ੀ ਰੱਖ ਸਕਦਾ, ਫ੍ਰੀ ਕਰਤਾ। ਅਤੇ ਦੂਜਾ ਜਿਹੜਾ ਇੱਕ ਕਾਨੂੰਨ ਜਿਹੜਾ ਆਰਡੀਨੈਂਸ ਜਾਰੀ ਹੋਇਆ, ਉਹ ਆਰਡੀਨੈਂਸ ਇਹ ਹੈ ਕਿ ਇਦੋਂ ਪਹਿਲਾਂ ਜਿਹੜਾ ਖੇਤੀ ਦੀ ਮੰਡੀਕਰਨ ਦਾ ਸਵਾਲ ਸੀ ਅੰਦਰ ਰਾਜਾਂ ਦੇ, ਉਹ ਪੂਰਾ ਸਟੇਟ ਸਬਜੈਕਟ ਸੀ, ਰਾਜਾਂ ਦੀ ਸੂਚੀ ਦਾ ਸੀ। ਅਤੇ ਰਾਜਾਂ ਦੀ ਸੂਚੀ ਦੇ ਵਿੱਚ ਹੋਣ ਕਰਕੇ ਉਹਦੇ 'ਤੇ ਪੂਰਾ ਕਿੱਥੇ ਮੰਡੀ ਬਣਨੀ ਹੈ, ਕਿੱਥੇ ਮਾਲ ਵਿਕਣਾ, ਕਿੱਥੇ ਨਹੀਂ ਵਿਕਣਾ, ਇਹ ਸੂਬੇ ਦੀ ਸਰਕਾਰਾਂ ਦੇ ਜਿਹੜੇ ਮੰਡੀ ਬੋਰਡ ਤੈਅ ਕਰਦੇ ਸੀ, ਨਾਮਜ਼ਦ ਕਰਦੇ ਸੀ ਮੰਡੀਆਂ। ਹੁਣ ਗੌਰਮੈਂਟ ਆਫ ਇੰਡੀਆ ਨੇ ਕੀ ਕਰਤਾ, ਉਹਨੇ ਇੱਕ ਖੁੱਲ੍ਹੀ ਮੰਡੀ ਕਰਤੀ ਸਾਰੀਆਂ ਸਟੇਟਾਂ 'ਤੇ, ਕਿਉਂਕਿ ਪਹਿਲਾਂ ਰਾਜਾਂ ਦਾ ਵਿਸ਼ਾ ਸੀ। ਇੱਕ 7ਵੇਂ ਸ਼ੈਡਿਊਲ ਦੇ ਵਿੱਚ ਇੱਕ ਐਂਟਰੀ ਹੈ 33, ਜਿਹਦੇ ਤਹਿਤ ਸਾਂਝੀ ਸੂਚੀ ਦੇ ਵਿੱਚ ਉਹ ਸਬਜੈਕਟ ਹੈ ਕਿ ਅੰਤਰਰਾਜੀ ਮੰਡੀ ਦੇ ਵਿੱਚ ਗੌਰਮੈਂਟ ਆਫ ਇੰਡੀਆ ਦਖਲ ਦੇ। ਉਹਨਾਂ ਨੇ ਉਹਦਾ ਫਾਇਦਾ ਲੈਂਦੇ ਹੋਏ ਇੱਕ ਮੰਡੀ ਡਿਕਲੇਅਰ ਕਰਤੀ, ਸਾਰਾ ਇੰਡੀਆ ਸਮਝ ਲਓ ਕਿਤੇ ਵੀ। ਉੱਥੇ ਕੋਈ ਵੀ ਬੰਦਾ ਜਾ ਕੇ, ਕੋਈ ਵੀ ਕੰਪਨੀ ਜਾ ਕੇ ਜਿੱਥੋਂ ਮਰਜ਼ੀ ਖਰੀਦ ਸਕਦੀ ਹੈ। ਇਹਦੇ ਨਾਲ ਫਰਕ ਕੀ ਪੈਂਦਾ? ਅਤੇ ਤੀਜਾ ਇੱਕ ਹੋਰ ਜਿਹੜਾ ਆਰਡੀਨੈਂਸ ਹੈ ਉਹ ਹੈ ਕੰਟਰੈਕਟ ਫਾਰਮਿੰਗ ਦਾ, ਕਿ ਕਿਸਾਨਾਂ ਦੀ ਅਤੇ ਖਰੀਦਦਾਰ ਦੇ ਦਰਮਿਆਨ ਇੱਕ ਕੰਟਰੈਕਟ ਹੋਏਗਾ, ਕਾਨੂੰਨ ਬਣ ਗਿਆ। ਅਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਕੰਟਰੈਕਟ ਫਾਰਮਿੰਗ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਏਗਾ, ਕਿਉਂਕਿ ਪਹਿਲਾਂ ਕਾਨੂੰਨ ਨਹੀਂ ਸੀ ਇਹੋ ਜਿਹਾ, ਅਤੇ ਮਤਲਬ ਉਹ ਕਾਨੂੰਨ ਨਾ ਹੋਣ ਦੇ ਕਰਕੇ ਕਿਸਾਨਾਂ ਨੂੰ ਗਰੰਟੀ ਨਹੀਂ ਸੀ, ਅਸੀਂ ਕੀਮਤ ਦੀ ਗਰੰਟੀ ਦੇ ਰਹੇ ਹਾਂ। ਪਰ ਜੇ ਅਸਲ ਦੇ ਵਿੱਚ ਦੇਖਿਆ ਜਾਏ ਸੂਬਾ ਸਰਕਾਰਾਂ ਦੇ ਨਜ਼ਰੀਏ ਤੋਂ ਅਤੇ ਕਿਸਾਨਾਂ ਦੇ ਨਜ਼ਰੀਏ ਤੋਂ, ਇੱਕ ਤਾਂ ਇਹ ਹੈ ਕਿ ਇਹ ਜਿਹੜਾ ਫੈਡਰਲਿਜ਼ਮ ਹੈ, ਇਹਨੂੰ ਬਹੁਤ ਵੱਡਾ ਇੱਕ ਸੱਟ ਵੱਜਦੀ ਹੈ ਇਹਦੇ ਨਾਲ, ਕਿਉਂਕਿ ਹੁਣ ਤੱਕ ਸਟੇਟ ਗੌਰਮੈਂਟਾਂ, ਸਾਡਾ ਜਿਹੜਾ ਮੰਡੀ ਬੋਰਡ ਬਣਿਆ ਹੋਇਆ, ਇਦੋਂ ਪਹਿਲਾਂ ਹੀ ਜਿਹੜੀ GST ਆ ਕੇ ਲਾਗੂ ਹੋਈ ਹੈ, ਉਹਨੇ ਕੁਝ ਪੈਸਾ ਤਾਂ ਗੌਰਮੈਂਟਾਂ ਦਾ ਮਤਲਬ ਬਾਹਰ ਕੱਢ ਲਿਆ। ਪਹਿਲਾਂ ਜਿਹੜਾ 6% ਦੇ ਕਰੀਬ ਦੇ ਵਿੱਚ ਸੀ, 5% ਪਹਿਲਾਂ ਵੈਟ ਅਤੇ 3% ਇਨਫਰਾਸਟਰਕਚਰ ਸੈਸ ਜਿਹੜਾ ਲੱਗਦਾ ਸੀ, 8% ਉਹ ਹਿੱਸਾ ਉਹ GST ਨੇ ਡਰੋਪ ਕਰਤਾ, ਨਹੀਂ ਲਾਗੂ ਕਰ ਸਕਦੇ ਤੁਸੀਂ। ਅਤੇ ਹੁਣ ਵੀ 8.5% ਜਿਹੜੇ ਟੈਕਸ ਲੱਗਦੇ ਨੇ ਸਾਡੇ, ਜੇ ਕੋਈ ਖਰੀਦਦਾਰ ਆਉਂਦਾ ਇਹਨਾਂ 'ਤੇ, ਜਿਹੜੀਆਂ ਕਣਕ ਦਾ ਅਤੇ ਝੋਨੇ ਦਾ ਖਾਸ ਤੌਰ 'ਤੇ, ਉਹਦੇ 'ਚ
3% ਰੂਰਲ ਡਿਵੈਲਪਮੈਂਟ ਫੰਡ ਹੈ, 3% ਮੰਡੀ ਦੀ ਫੀਸ ਹੈ ਤੇ 2.5% ਆੜਤ ਹੈ। ਇਹ ਪੈਸੇ ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਬਣੀਆਂ ਨੇ, ਇਹ ਪੈਸੇ ਦੇ ਨਾਲ ਹੀ ਜਿਹੜਾ 6,000 ਮੁਲਾਜ਼ਮ ਚੱਲਦਾ ਉਹ ਚੱਲਦਾ, ਇਹ ਪੈਸੇ ਨਾਲ ਹੀ ਇਹ ਮੰਡੀਆਂ ਬਣੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਨੇ। ਹੁਣ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਆਰਡੀਨੈਂਸ ਹੈ ਉਹਨੇ ਜ਼ੀਰੋ ਟੈਕਸ ਸਿਸਟਮ ਲਾਗੂ ਕਰਤਾ ਹੈ, ਤੇ ਜੇ ਜ਼ੀਰੋ ਸਿਸਟਮ ਲਾਗੂ ਕਰਤਾ ਹੈ ਉਹ ਕਿਤੋਂ ਵੀ ਬੰਦਾ ਡਾਇਰੈਕਟ ਖਰੀਦੂਗਾ ਤਾਂ ਫਿਰ 8.5% ਵਾਲੇ ਚ ਕੌਣ ਲਿਆ ਕੇ, ਜੇ ਮੰਡੀ ਤੁਸੀਂ ਕਹਿੰਦੇ ਹੋ ਕਿ ਇਹ ਨਹੀਂ ਅਸੀਂ ਤੋੜ ਰਹੇ, ਇਹ ਤਾਂ ਸੂਬਿਆਂ ਦਾ ਅਧਿਕਾਰ 'ਚ ਹੈਗੀ ਉਹ ਹੈ ਪਹਿਲਾਂ ਹੀ, ਤੇ ਜੇ 167 ਰੁਪਏ ਕੁਇੰਟਲ ਦਾ ਫਰਕ ਪੈ ਜਾਊਗਾ ਕਿਸੇ ਨੂੰ ਖਰੀਦਣ ਦੇ ਮਾਮਲੇ 'ਚ ਝੋਨੇ ਦੇ ਵਿੱਚ ਤੇ ਕਣਕ ਦੇ ਵਿੱਚ 160 ਤੋਂ ਲੈ ਕੇ 170 ਰੁਪਏ ਤੱਕ ਦਾ ਗੈਪ ਹੈ, ਤਾਂ ਇਹੋ ਜਿਹਾ ਵਪਾਰੀ ਕੋਈ ਮੂਰਖ ਨਹੀਂ ਜਿਹੜਾ 170 ਵਾਧੂ ਦੇਊਗਾ। ਤੇ ਹਾਂ, ਫਾਰ ਦੀ ਟਾਈਮਿੰਗ ਇਹ ਵੀ ਹੋ ਸਕਦਾ 1-2 ਸਾਲ ਲਈ ਕਿ ਉਹ ਕਿਸਾਨ ਨੂੰ ਕੋਈ 170 ਰੁਪਏ ਤੈਨੂੰ ਵੱਧ ਦੇ ਦਿੰਦੇ ਆ, ਪੂਰੀ MSP ਖਰੀਦ ਲੈਂਦੇ ਆ ਬਾਹਰ। ਜਦ ਇਹ ਮੰਡੀ ਬੋਰਡ ਪੂਰਾ ਡੁੱਬ ਗਿਆ, ਇਹਦੇ ਕੋਲ ਕੱਖ ਨਾ ਬਚਿਆ, ਤਾਂ ਉਸ ਤੋਂ ਬਾਅਦ ਜਿਵੇਂ ਮੋਨੋਪੋਲੀ ਹੁੰਦੀ ਹੈ, ਇੱਕ ਅਧਿਕਾਰ ਹੁੰਦਾ ਕਿ ਹੁਣ ਸਾਡੇ ਕੋਲ ਹੈ, ਹੁਣ ਅਸੀਂ ਇੰਨੇ 'ਤੇ ਹੀ ਖਰੀਦਾਂਗੇ, ਇੰਨੇ 'ਤੇ ਲੈ ਦੇਣੀ ਆ ਦੇ ਤੇ ਨਹੀਂ ਦੇਣੀ ਨਾ ਦੇ। ਇਹ ਇੱਕ ਖਦਸ਼ਾ ਹੈ। ਇਹਦੇ ਨਾਲ ਇਹ ਹੈ ਕਿ ਜਿਹੜਾ ਰਾਜਾਂ ਦੇ ਮਾੜੇ ਮੋਟੇ ਅਧਿਕਾਰ ਸੀ ਉਹਦੇ ਵਿੱਚ ਵੀ ਜਿਹੜਾ ਕੇਂਦਰ ਦਾ ਦਖਲ ਹੈ, ਨਾ ਕੇਵਲ ਆਰਥਿਕ ਤੌਰ 'ਤੇ ਤੇ ਸਿਆਸੀ ਤੌਰ 'ਤੇ, ਉਹ ਬਲਕਿ ਕਿਸਾਨੀ ਦੇ ਤੌਰ ਦੇ ਉੱਤੇ ਵੀ ਇਹ ਖਤਰਨਾਕ ਹੈ। ਦੂਜਾ ਜਿਹੜਾ ਐਕਟ ਇਹ ਹੈ ਕਿ ਜ਼ਖੀਰਾ ਨਹੀਂ ਸੀ ਪਹਿਲਾਂ ਹੋ ਸਕਦਾ, ਉਹ ਜ਼ਖੀਰੇ ਦੇ ਵਿੱਚ ਹੁਣ ਇਹ ਹੈ ਕਿ ਪਹਿਲਾਂ ਤਾਂ ਛੋਟੇ ਵਪਾਰੀ ਖਰੀਦਦੇ ਸੀ, ਜੇ ਪ੍ਰਾਈਵੇਟ ਕੋਈ ਖਰੀਦਦਾ ਵੀ ਹੈ ਉਹਦੀ ਇੰਨੀ ਹੈਸੀਅਤ ਨਹੀਂ ਸੀ ਉਹ ਜ਼ਿਆਦਾ। ਹੁਣ ਜਿਹੜਾ ਅਮਰੀਕਨ ਮਾਡਲ ਲਿਆਂਦਾ ਜਾ ਰਿਹਾ, ਜਿੱਥੇ ਵਾਲਮਾਰਟ ਹੈ, ਜਿੱਥੇ ਕਾਰਗਿਲ ਹੈ, ਜਿੱਥੇ ਵੱਡੀਆਂ ਕੰਪਨੀਆਂ ਨੇ, ਔਰ ਉਹ ਕੰਪਨੀ ਇੱਕੋ ਦਮ ਬਹੁਤਾ ਮਾਲ ਖਰੀਦ ਲੇ, ਉਹਦੇ ਕੋਲ ਸਟੋਰੇਜ ਦੀ ਸੰਭਾਵਨਾ ਸਾਰਾ ਕੁਛ ਹੈ, ਫਿਰ ਬਨਾਵਟੀ ਕਾਲ ਪਾ ਕੇ, ਜਿਵੇਂ ਆਪਣੇ ਪਿਆਜ਼ਾਂ ਦਾ ਹੋ ਜਾਂਦਾ, ਆਲੂ ਦਾ ਹੋ ਜਾਂਦਾ, ਬੜੇ ਪਿਆਜ਼ਾਂ ਦਾ ਤਾਂ ਇਹ ਹੁੰਦਾ ਹੈ ਕਿ 3-3 ਮਹੀਨਿਆਂ ਦੇ ਵਿੱਚ 100 ਰੁਪਏ ਦੀ ਚੀਜ਼, ਮਤਲਬ 300%। ਉਹਦਾ ਕਾਰਨ ਵੀ ਮੇਨ ਇਹ ਹੁੰਦਾ ਹੈ ਕਿ ਜਦ ਤੱਕ ਕਿਸਾਨ ਦੀ ਫਸਲ ਆ ਰਹੀ ਹੈ ਉਦੋਂ ਦਾ ਰੇਟ ਡਾਊਨ ਹੁੰਦਾ, ਉਦੋਂ ਇੱਕ ਵਾਰ ਲੈ ਲੇ, ਫਿਰ ਉਹ ਕਹਿੰਦੇ ਨੇ ਸਾਡੇ ਕੋਲ ਹੈ ਨਹੀਂ। ਹੁਣ ਤਾਂ ਚਲੋ ਇੱਕ ਕਾਨੂੰਨ ਬਣਿਆ ਹੋਇਆ ਸੀ ਕਿ ਤੁਸੀਂ ਰੇਡ ਕਰ ਸਕਦੇ ਹੋ, ਤੁਸੀਂ ਕਹਿ ਸਕਦੇ ਹੋ ਜ਼ਖੀਰਾ ਕੱਢ ਸਕਦੇ ਹੋ, ਕਿਉਂਕਿ ਜ਼ਰੂਰੀ ਵਸਤਾਂ ਦਾ ਇੱਕ ਮਾਮਲਾ ਹੈ। ਹੁਣ ਜਦੋਂ ਇਹ ਕਾਨੂੰਨ ਸੋਧ ਹੋ ਗਈ, ਇਹਦੇ 'ਚ ਹਰ ਬੰਦਾ ਕਹੂਗਾ ਪਿਆ ਜੀ ਮੇਰਾ ਸਟਾਕ, ਮੈਨੂੰ ਕਾਨੂੰਨੀ ਮਾਨਤਾ ਹੈ, ਮੈਂ ਨਹੀਂ ਦਿੰਦਾ, ਤੁਸੀਂ ਕੀ ਕਰ ਲਓਗੇ? ਮੈਂ ਹਜੇ ਨਹੀਂ ਵੇਚਣੀ ਹੈ, ਮੇਰਾ ਹੱਕ ਹੈ, ਉਹ ਭੰਡਾਰ ਕਰਨ ਮੇਰਾ ਦੇ ਖੁੱਲ੍ਹ ਮਿਲ ਗਈ। ਤੇ ਜਦ ਫਿਰ ਉਹ ਵੇਚੂਗਾ ਉਦੋਂ ਕਈ ਗੁਣਾ ਕੀਮਤ। ਤੇ ਇਹਦਾ ਇਕੱਲਾ ਕਿਸਾਨੀ ਦਾ ਕੁਐਸਚਨ ਨਹੀਂ ਹੈ, ਇਹਦੇ ਨਾਲ ਕਿਸਾਨ ਨੂੰ ਤਾਂ ਇਹ ਹੋਊਗਾ ਕਿ ਮੌਕੇ 'ਤੇ ਘੱਟ ਰੇਟ ਮੈਨੂੰ ਬਾਅਦ 'ਚੋਂ ਕਿਸਾਨ ਕੰਜ਼ਿਊਮਰ ਵੀ ਤਾਂ ਹੈ ਨਾ, ਉਹਨੇ ਚੀਜ਼ਾਂ ਉਹੀ ਲੈ ਕੇ ਖਾਣੀਆਂ ਵੀ ਨੇ। ਪਰ ਇਹ ਪੂਰੇ ਜਿਹੜੀ ਆਬਾਦੀ ਹੈ, ਚਾਹੇ ਉਹ ਸ਼ਹਿਰੀ ਹੈ ਚਾਹੇ ਉਹ ਪੇਂਡੂ, ਜਿਹੜੀ ਲੈ ਕੇ ਖਾ ਰਹੀ ਹੈ, ਇਹਦੇ ਲਈ ਉਹਨੂੰ ਵੀ ਬਹੁਤ ਵੱਡਾ ਸੰਕਟ ਖੜਾ ਹੋਏਗਾ ਜ਼ਖੀਰੇਬਾਜ਼ੀ ਦੇ ਮਾਮਲੇ 'ਚ। ਕੇਵਲ 3 ਗੱਲਾਂ ਕਰਕੇ ਉਹ ਕਹਿੰਦੇ ਦਖਲ ਦੇਊਗੀ ਕੇਂਦਰ ਸਰਕਾਰ, ਜੇ ਜੰਗ ਲੱਗ ਜੇ, ਜੇ ਕੁਦਰਤੀ ਆਫਤ ਆ ਜੇ, ਜੇ ਮਹਿੰਗਾਈ ਪਿਛਲੇ 12 ਮਹੀਨਿਆਂ 'ਚ ਜਾਂ 5 ਸਾਲ 'ਚ ਕੁਝ ਮਾਮਲੇ 100% ਵੱਧ ਜੇ, ਕੁਝ 'ਚ 50% ਵੱਧ ਜੇ। ਹਾਲਾਂਕਿ ਜੇ ਇੰਨੀ ਮਹਿੰਗਾਈ ਕਦੋਂ ਸਾਲ ਭਰ ਤਾਂ ਇਕੱਠੀ ਨਹੀਂ ਰਹਿੰਦੀ, ਐਵਰੇਜ ਉਹਦੀ ਤਾਂ ਇੰਨੀ ਵਧਣੀ ਚਾਹੀਦੀ ਹੈ, ਤਾਂ ਦਖਲ ਦੇਵਾਂਗੇ, ਨਹੀਂ ਦੇਵਾਂਗੇ ਹੀ ਨਹੀਂ। ਇਹਦਾ ਮਤਲਬ 100% ਤੋਂ ਵੱਧ 99% ਮਹਿੰਗੀ ਕਰਕੇ ਤਾਂ ਤੁਸੀਂ ਇੱਕ ਚੀਜ਼ ਤੋਂ ਦੁੱਗਣੀ ਮਹਿੰਗੀ ਕਰਕੇ ਤਾਂ ਤੁਸੀਂ ਦੇ ਤਾ ਨਾ ਗਰੰਟੀ, ਕਿਸੇ ਵੀ ਰੂਪ 'ਚ ਤੁਸੀਂ ਦਖਲ ਨਹੀਂ ਦਿਓਗੇ। ਤੀਜਾ ਜਿਹੜਾ ਆਰਡੀਨੈਂਸ ਹੈ, ਜੇਕਰ ਇਹਨੂੰ ਦੇਖਦੇ ਹਾਂ ਅਸੀਂ ਉਸ ਦੇ ਨਾਲ ਕਿ ਕੰਟਰੈਕਟ ਫਾਰਮਿੰਗ ਲਾਗੂ ਹੋ ਗਈ, ਕਿਸਾਨ ਨੂੰ ਕਿਤੇ ਵੀ ਵੇਚਣ ਦਾ ਹੱਕ ਹੈ ਜੀ ਫਲਾਨਾ। ਵੈਸੇ ਕਣਕ ਅਨਾਜ ਤੋਂ ਬਿਨਾਂ, ਕਣਕ ਤੇ ਝੋਨੇ ਤੋਂ ਬਿਨਾਂ ਪਹਿਲਾਂ ਹੀ ਕੋਈ ਵੀ ਫਸਲ ਕਿਸਾਨ ਨੂੰ ਕਿਤੇ ਵੀ ਵੇਚਣ ਦਾ ਹੱਕ ਹੈ ਇਸ ਦੇਸ਼ ਦੇ ਵਿੱਚ। ਖਾਸ ਤੌਰ 'ਤੇ 1978 'ਚ ਜਿਹੜੀ ਸਰਕਾਰ ਆਈ ਸੀ ਮੁਰਾਰਜੀ ਦੇਸਾਈ ਦੀ, ਉਸ ਸਮੇਂ ਦਾ ਹੀ ਹੋਇਆ, ਕੋਈ ਨਵੀਂ ਗੱਲ ਨਹੀਂ ਹੈ। ਕੇਵਲ ਕਣਕ ਤੇ ਝੋਨੇ 'ਤੇ ਇੱਕ ਰੋਕ ਸੀ। ਕਣਕ ਤੇ ਝੋਨੇ 'ਤੇ ਇਸ ਕਰਕੇ ਰੋਕ ਸੀ ਕਿਉਂਕਿ ਘੱਟੋ ਘੱਟ ਸਮਰਥਨ ਮੁੱਲ 'ਤੇ ਕਣਕ ਤੇ ਝੋਨਾ ਕੇਵਲ ਤੇ ਕੇਵਲ ਪੰਜਾਬ ਪੁਰਾਣੇ 'ਚ ਖਰੀਦਿਆ ਜਾਂਦਾ ਹੈ। ਇਹ 1961 ਦਾ ਬਣਿਆ ਹੋਇਆ ਉਹ ਮੰਡੀ ਬੋਰਡ ਵੀ, ਔਰ 1965 ਦੇ ਵਿੱਚ ਬਣਿਆ ਹੋਇਆ CACP, ਜਿਹਨੂੰ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਕਹਿੰਦੇ ਨੇ। ਉਹ ਹਰਿਆਣੇ 'ਚ ਤਾਂ ਖਰੀਦੀ ਜਾਂਦੀ ਹੈ ਕਿਉਂਕਿ ਹਰਿਆਣਾ ਅਲੱਗ ਹੈ, 1966 'ਚ ਜਾ ਕੇ ਹੋਇਆ। ਇਹ ਓਲਡ ਪੰਜਾਬ ਹੈ ਅਸਲ ਦੇ ਵਿੱਚ ਜੇਕਰ ਗੱਲ ਕਰਦੇ ਹਾਂ। ਉਦੋਂ ਕਿਉਂਕਿ ਦੇਸ਼ ਨੂੰ ਬਹੁਤ ਜ਼ਿਆਦਾ ਲੋੜ ਸੀ, ਅਨਾਜ ਨਹੀਂ ਸੀ, ਭੁੱਖਮਰੀ ਦਾ ਸ਼ਿਕਾਰ ਸੀ। ਉਦੋਂ ਇੱਥੇ ਕਿਹਾ ਗਿਆ ਕਿ ਤੁਸੀਂ ਬੀਜੋ, ਇਹਨਾਂ ਨੂੰ ਹੱਲਾਸ਼ੇਰੀ ਦਿੱਤੀ, ਗ੍ਰੀਨ ਰੈਵੋਲੂਸ਼ਨ ਲਿਆਂਦਾ, ਤੇ ਉਹਦੇ ਨਾਲ ਤੁਹਾਡੇ ਤੋਂ ਅਸੀਂ ਖਰੀਦ ਦੀ ਗਰੰਟੀ ਕਰਦੇ ਹਾਂ। ਹੁਣ ਜਦੋਂ ਇਹ ਸਾਰੇ ਕਿਤੇ ਖੁੱਲ੍ਹ ਗਿਆ, ਮੰਨ ਲਓ ਕਾਨੂੰਨ ਨੇ ਖੋਲ੍ਹਤੇ ਰਸਤੇ, ਉਹਦੇ ਨਾਲ ਕੀ ਹੋਊਗਾ ਕਿ ਬਿਹਾਰ ਦਾ, ਯੂਪੀ ਦਾ, ਮੱਧ ਪ੍ਰਦੇਸ਼ ਦਾ ਕਿਸਾਨ ਪੰਜਾਬ ਦੀ ਮੰਡੀ 'ਚ ਲਿਆ ਕੇ ਇੱਥੇ ਸੱਟ ਲੈਂਦਾ ਕਿਤੇ ਵੀ, ਉੱਥੇ ਕਾਨੂੰਨੀ ਬੰਦਸ਼ ਤਾਂ ਕੋਈ ਨਹੀਂ ਨਾ। ਉਹ ਕਹਿੰਦਾ ਕਿ ਮੇਰਾ 1000 ਰੁਪਏ ਨੂੰ ਵਿਕਦਾ ਹੈ, ਇੱਥੇ 1850 ਨੂੰ ਵਿਕੂਗਾ। ਜੇ 200 ਰੁਪਏ ਕੁਇੰਟਲ ਮੈਂ ਕਿਰਾਇਆ ਵੀ ਦੇ ਦਾਂ, ਤੁਸੀਂ ਮਨਾ ਤਾਂ ਕਰ ਨਹੀਂ ਸਕਦੇ ਨਾ। ਮਨਾ ਨਹੀਂ ਕਰ ਸਕਦੇ ਤਾਂ ਇਦੋਂ ਬਾਅਦ ਕਿਹੜੀ FCI ਹੈ ਜਿਹੜੀ ਇਹ ਕਹਿ ਰਹੇ ਨਾ ਵੀ ਉਹ ਗਰੰਟੀ ਕਰੂਗੀ, ਉਹ ਸਭ ਦਾ ਹੀ ਮਾਲ ਖਰੀਦ ਲੇਗੀ ਪੂਰੇ ਇੰਡੀਆ ਦਾ।
ਆਟੋਮੈਟਿਕਲੀ ਉਹ ਗਰੰਟੀ ਚਲੀ ਜਾਏਗੀ। ਔਰ ਇਸੇ ਕਰਕੇ ਦੂਜੀ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੀ ਕੰਟਰੈਕਟ ਫਾਰਮਿੰਗ ਦੀ ਗੱਲ ਹੈ, ਕੰਟਰੈਕਟ ਫਾਰਮਿੰਗ ਦੇ ਵਿੱਚ ਹੋਊਗਾ ਕਿ ਕੋਈ ਇੱਕ ਵੱਡੀ ਕੰਪਨੀ ਆਏਗੀ, ਕੋਈ ਵਪਾਰੀ ਆਏਗਾ, ਔਰ ਖਰੀਦ ਦੇ ਵਿੱਚ ਤੁਸੀਂ ਉਹਨਾਂ ਨੂੰ ਇਹ ਕਰਤਾ ਕਿ ਕੋਈ ਰਜਿਸਟ੍ਰੇਸ਼ਨ ਨਹੀਂ ਜ਼ਰੂਰੀ, ਕੋਈ ਕਿਤੇ ਸਰਕਾਰੀ ਤੰਤਰ ਦੀ ਕੋਈ ਵਿੱਚ ਦਖਲ ਜ਼ਰੂਰੀ ਨਹੀਂ ਹੈ, ਜਿਹਦੇ ਕੋਲ ਕੇਵਲ ਪੈਨ ਕਾਰਡ ਹੈ ਉਹ ਜਿਹੜਾ ਮਰਜ਼ੀ ਵਪਾਰੀ ਬਣ ਕੇ ਆ ਕੇ ਖਰੀਦ ਸਕਦਾ। ਤੁਹਾਡੇ ਕੋਲ ਪੈਨ ਕਾਰਡ ਚਾਹੀਦਾ, ਇਹ ਤੋਂ ਬਿਨਾਂ ਕੋਈ ਲਾਇਬਿਲਟੀ ਨਹੀਂ ਪਰ ਇਹ ਜ਼ੀਰੋ ਪ੍ਰੋਸੈਸ ਫੇਲ ਹੋਇਆ ਨਾ, ਔਰ ਕੋਈ ਨੁਕਸਾਨ ਹੋਇਆ ਕਿਸਾਨ ਉਹਦੇ ਚ ਕੀ ਹੈ, ਨਹੀਂ ਜ਼ੀਰੋ ਟੈਕਸਿੰਗ ਕਦੇ ਨਹੀਂ ਪੰਜਾਬ 'ਚ ਪਹਿਲਾਂ ਰਹੀ, ਉਹ ਵੀ ਲੋਕ ਉਸ ਤਰੀਕੇ ਨੂੰ ਗਲਤ ਕਹਿ ਰਹੇ ਨੇ, ਪਰ ਇਹ ਨਵਾਂ ਮੈਂ ਕੰਟਰੈਕਟ ਫਾਰਮਿੰਗ ਦੀ ਗੱਲ ਕਰ ਰਿਹਾ। ਕੰਟਰੈਕਟ ਫਾਰਮਿੰਗ ਦੇ ਵਿੱਚ ਪੰਜਾਬ ਦੇ ਕੰਟਰੈਕਟ ਕੀ ਹੈ, ਕਾਰਪੋਰੇਟ ਤੋਂ ਤਾਂ ਨੁਕਸਾਨ ਹੀ ਹੋਇਆ। ਕੰਟਰੈਕਟ ਜਿਹੜਾ ਫਾਰਮਿੰਗ ਦਾ ਇੱਕ ਪੈਟਰਨ ਹੁੰਦਾ ਹੈ, ਔਰ ਕੰਟਰੈਕਟ ਫਾਰਮਿੰਗ ਦੇ ਵਿੱਚ ਦੋ ਟਾਈਪ ਦਾ ਕੰਮ ਹੈ। ਇਹ ਵੀ ਇੱਕ ਕੰਟਰੈਕਟ ਹੈ ਪੰਜਾਬ ਦੇ ਫਾਰਮਰ ਨਾਲ ਗੌਰਮੈਂਟ ਦਾ, ਚਾਹੇ ਉਹ ਲਿਖਤੀ ਹੈ ਜਿਵੇਂ ਵੀ ਮਰਜ਼ੀ ਹੈ, ਚਾਹੇ ਜ਼ੁਬਾਨੀ ਹੈ, ਵੀ ਅਸੀਂ ਤੇਰੀ ਕਣਕ ਦੇ ਝੋਨਾ ਚੱਕਾਂਗੇ, ਪੂਰੇ ਰੇਟ ਤੇ ਚੱਕਾਂਗੇ, ਇੱਕ ਕੰਟਰੈਕਟ, ਠੀਕ ਹੈ। ਗੌਰਮੈਂਟ ਤੇ ਤਾਂ ਉਹ ਪ੍ਰੈਸ਼ਰ ਪਾ ਲੈਂਦਾ ਕਿਉਂਕਿ ਗੌਰਮੈਂਟ ਤੁਸੀਂ ਚੁਣਦੇ ਹੋ, ਬਾਕੀ ਹੈ ਵੀ ਤੇਰੀ ਇਹ ਜ਼ਿੰਮੇਵਾਰੀ ਹੈ, ਤੂੰ ਇਹ ਤੋਂ ਭੱਜਦਾ ਕਿਵੇਂ ਹੈ। ਤੇ ਜਿਹੜੇ ਪ੍ਰਾਈਵੇਟ ਕੰਟਰੈਕਟ ਹੁੰਦੇ ਨੇ ਹਮੇਸ਼ਾ ਹੀ ਕਿਤੇ ਵੀ ਦੁਨੀਆ 'ਚ, ਕੋਈ ਇਕੱਲਾ ਸਾਡੇ ਦੇਸ਼ ਦਾ ਸਵਾਲ ਨਹੀਂ ਹੈ, ਬਿਲਕੁਲ ਜਿਵੇਂ ਹੁਣ ਕੋਵਿਡ ਦਾ ਚੱਲਦਾ, ਕੈਨੇਡਾ ਦੇ ਵਿੱਚ ਤਾਂ ਬਹੁਤ ਪੁਰਾਣੀ ਕੰਟਰੈਕਟ ਫਾਰਮਿੰਗ ਹੈ, ਅਮਰੀਕਾ 'ਚ ਕੰਟਰੈਕਟ ਫਾਰਮਿੰਗ ਹੈ। ਉਹਨਾਂ ਦਾ ਕੰਟਰੈਕਟ ਫਾਰਮਿੰਗ ਇਹ ਕਹਿ ਰਿਹਾ ਕਿ 25% ਪਹਿਲਾਂ ਦੇਣਾ, 75% ਜਦ ਉਹਨਾਂ ਦਾ ਅੱਗੇ ਕੰਪਲੀਟ ਹੋ ਗਿਆ। ਹੁਣ ਉਹ 25% ਤੇ ਫਾਰਮਰ ਰੋ ਰਹੇ ਨੇ, ਉਹ ਕਹਿੰਦੇ ਵੀ ਸਾਡੇ ਕੋਲ ਵੀ ਪੈਸਾ ਨਹੀਂ ਹੈ, ਹੁਣ ਤਾਂ 75% ਕੋਵਿਡ ਮੈਂ ਕਿੱਥੋਂ ਦਿਆਂ ਜੀ। ਤੇ ਕੰਟਰੈਕਟ ਫਾਰਮਿੰਗ ਸਾਡੇ ਸੁਸਾਇਟੀ 'ਚ ਆਲਰੇਡੀ ਹੈ। ਜਿਹੜਾ ਗੰਨਾ ਤੇ ਗੰਨਾ ਮਿੱਲ ਦੇ ਨਾਲ ਕਿਸਾਨ ਦਾ ਕੰਟਰੈਕਟ ਹੈ, ਉਹ ਕਹਿੰਦਾ ਮੇਰੇ ਕੋਲ ਤੋਂ ਲਿਆਏਗਾ, ਤੈਨੂੰ ਇੰਨੇ ਪੈਸੇ ਤੇ ਮੈਂ ਡੇਲੀ ਹੋ ਦੇਵਾਂਗਾ। 1966 ਦਾ ਇੱਕ ਸ਼ੂਗਰ ਕੇਨ ਕੰਟਰੋਲ ਆਰਡਰ ਇਸ਼ੂ ਹੋਇਆ ਗੌਰਮੈਂਟ ਨੇ ਇਸ਼ੂ ਕੀਤਾ। ਉਹ ਸ਼ੂਗਰ ਕੇਨ ਕੰਟਰੋਲ ਆਰਡਰ ਇਹ ਕਹਿੰਦਾ ਹੈ ਕਿ ਜੇ 14 ਦਿਨ ਤੋਂ ਵੱਧ ਪੇਮੈਂਟ ਹੋ ਜਾਏ, 15ਵੇਂ ਦਿਨ ਤੋਂ 15% ਵਿਆਜ ਦੇ ਨਾਲ ਕਿਸਾਨ ਨੂੰ ਲੈ ਕੇ ਦੇਣੀ ਉਹ ਰਕਮ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਹੈ ਸੰਬੰਧਤ ਨਹੀਂ। ਪਰ ਇੰਨਾ ਪੈਸਾ ਬਕਾਇਆ ਜਿਹੜਾ ਤੇ ਪੰਜਾਬ ਦੇ ਵਿੱਚ ਵੀ ਨਹੀਂ, ਪੂਰੇ ਦੇਸ਼ ਦੇ ਵਿੱਚ ਹੀ ਮਤਲਬ 5-5 ਸਾਲ ਲੰਘ ਜਾਂਦੇ ਨੇ, ਤੁਹਾਨੂੰ ਪੇਮੈਂਟ ਨਹੀਂ ਹੁੰਦੀ, ਇੱਕ ਪੰਜੀ ਵੀ ਵਿਆਜ ਦੀ ਕਿਸੇ ਨੇ ਦਵਾਈ। ਸਮਝੇ ਤਾਂ ਉਲਟਾ ਕੰਮ ਹੈ ਜੀ। ਉਹ ਜਿਹੜੇ ਪੈਸੇ ਸਬਸਿਡੀ ਦੇ ਆਉਂਦੇ ਆ ਉਹ ਇਹ ਪਹਿਲਾਂ ਕੱਟ ਲੈਂਦੇ ਕਿਸਾਨ ਤੋਂ, ਇਹ ਕਹਿੰਦੇ ਜਦੋਂ ਆਏਗਾ ਅਸੀਂ ਉਦੋਂ ਦਵਾਂਗੇ। ਉਹ ਵੀ ਉਹਦੇ 'ਚ ਵੀ ਜਿਹੜਾ ਮੁੱਦਾ ਅਸਲ ਦੇ ਵਿੱਚ ਇਹ ਹੈ ਕਿ ਜਿਹਦੇ 'ਚ ਗੌਰਮੈਂਟ ਇਨਵੋਲਵ ਹੈ, ਉਹ 'ਚ ਤਾਂ ਗੌਰਮੈਂਟ ਨੇ ਇੱਕ ਆਪਣਾ ਕੀਮਤ ਕੰਟਰੋਲ ਆਰਡਰ ਲਾਗੂ ਕੀਤਾ ਹੋਇਆ, ਉਹ 'ਚ ਡਿਪਟੀ ਕਮਿਸ਼ਨਰ ਨੂੰ ਪਾਵਰ ਹੈ। ਤੇ ਜੇ ਤੁਹਾਡੇ ਡਿਪਟੀ ਕਮਿਸ਼ਨਰ ਦੇ ਇੱਥੋਂ ਤੱਕ ਵੀ ਉਹਦੇ 'ਚ ਇਹ ਲਿਖਿਆ ਕਿ ਚਾਹੇ ਉਹ ਮਿੱਲ ਦੀ ਜਾਇਦਾਦ ਕੁਰਕ ਕਰਕੇ ਦਵਾਵੇ, ਇਹ ਉਹਦੀ ਜ਼ਿੰਮੇਵਾਰੀ ਹੈ। ਜੇ ਤੁਹਾਡਾ ਪ੍ਰਸ਼ਾਸਨਿਕ ਢਾਂਚਾ ਇਹ ਨਹੀਂ ਕਰ ਸਕਦਾ, ਤਾਂ ਜਿਹੜੀ ਸਿੱਧੀ ਇਕੱਲਾ ਕੰਟਰੈਕਟ ਹੈ ਜਿਹੜਾ ਇੱਕ ਬੰਦੇ ਪ੍ਰਾਈਵੇਟ ਦੇ ਨਾਲ ਤੁਹਾਡਾ ਆਪਸ ਦੇ ਵਿੱਚ, ਉਹਦਾ ਤਾਂ ਜਦ ਮਰਜ਼ੀ ਤੁਸੀਂ ਉਹ ਭੱਜ ਜੂਗਾ। ਔਰ ਇੱਕ ਹੋਰ ਐਗਜ਼ਾਮਪਲ ਇਸੇ ਦੇਸ਼ ਦੇ ਵਿੱਚ ਹੈ, ਜਿਹੜੀ ਫਸਲ ਬੀਮਾ ਯੋਜਨਾ ਪੰਜਾਬ ਨੇ ਤਾਂ ਉਹ ਲਾਗੂ ਨਹੀਂ ਸੀ ਕੀਤੀ, ਹਰਿਆਣੇ ਦੇ ਵਿੱਚ ਲਾਗੂ ਹੋਈ, ਜ਼ਬਰਦਸਤੀ ਕਿਸਾਨਾਂ 'ਤੇ ਲਾਗੂ ਕੀਤਾ। ਪੂਰੇ ਦੇਸ਼ ਦੇ ਵਿੱਚ ਜਿਹੜਾ ਉਦੋਂ ਪੀ ਸਾਈਨਾਥ ਇੱਥੇ ਆਏ ਸੀ, ਜਦੋਂ ਉਹਨਾਂ ਨੇ ਗੱਲ ਕੀਤੀ, ਉਹਨਾਂ ਦੇ ਬਾਅਦ ਬਾਕੀ ਸੂਬਿਆਂ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਰਾਫੇਲ ਤੋਂ ਵੱਡਾ ਘੁਟਾਲਾ ਹੈ, ਕਿਉਂਕਿ ਜਿਨ੍ਹਾਂ ਲੋਕਾਂ ਦੀ ਫਸਲ ਮਰ ਗਈ ਜਾਂ ਘੱਟ ਪੈਦਾਵਾਰ ਹੋਈ, ਉਹਨਾਂ ਨੂੰ ਪੰਜੇ ਨਹੀਂ ਦਿੱਤੀ। ਤੁਸੀਂ ਕਿਸੇ ਨੇ 29,000 ਕਰੋੜ ਰੁਪਇਆ ਕਮਾ ਲਿਆ, ਕਿਸੇ ਨੇ ਕਿੰਨੇ ਕਰੋੜਾਂ ਰੁਪਏ, ਔਰ ਉਹਦੇ 'ਚੋਂ ਸਗੋਂ ਪੈਸੇ ਗੌਰਮੈਂਟ ਨੇ ਦੇਣੇ ਸੀ ਜ਼ਿਆਦਾ, ਕਿਸਾਨੀ ਤੋਂ ਘੱਟ ਕੱਟੇ ਜਾਣੇ ਸੀ। ਜੇ ਗੌਰਮੈਂਟ ਤੋਂ ਲਿਆ ਪੈਸਾ ਵੀ ਉਹ ਉਡਾ ਸਕਦੇ ਨੇ ਕੰਪਨੀਆਂ, ਤਾਂ ਵਿਚਾਰਾ ਕਿਸਾਨ ਦੀ ਕਿੱਡੀ ਕੁ ਔਕਾਤ ਹੈ। ਇੱਕ 5 ਏਕੜ ਵਾਲਾ ਕਿਸਾਨ ਖੇਤੀ ਕਰਨ ਲਈ ਹੈ, ਉਹ ਕਚਹਿਰੀਆਂ ਦੇ ਚੱਕਰ ਕੱਢਣ ਲਈ ਨਹੀਂ ਹੈ। ਤੇ ਉਹ ਨਾ ਉਹਦੇ ਕੋਲ ਵਕੀਲ ਹੈ, ਨਾ ਸਮਾਂ, ਨਾ ਪੈਸਾ, ਨਾ ਸਕਿੱਲ ਹੈ, ਕੁਝ ਵੀ ਨਹੀਂ ਹੈ। ਇਸ ਲਈ ਉਸ ਸਾਰੇ ਮਾਮਲੇ ਦੇ ਵਿੱਚ ਗੌਰਮੈਂਟਾਂ ਨੂੰ ਦਖਲ ਦੇਣ ਦੀ ਲੋੜ ਹੁੰਦੀ ਹੈ। ਔਰ ਇਹ ਕੰਟਰੈਕਟ ਬਿਲਕੁਲ ਇਹ ਗੱਲ ਹੈ ਕਿ ਪੈਪਸੀ ਆਈ ਸੀ ਸਾਡੇ ਇੱਕ, ਪੈਪਸੀ ਨੇ ਮਤਲਬ ਟਮਾਟਰ ਵੀ ਬਜਾਇਆ, ਮਿਰਚਾਂ ਬਜਵਾਈਆਂ ਤੇ ਆਲੂ ਬਜਵਾਏ। ਤੇ ਇਸੇ ਆਰਡੀਨੈਂਸ 'ਚ ਇਹ ਕਿਹਾ ਗਿਆ ਕਿ ਸਟੈਂਡਰਡਾਈਜੇਸ਼ਨ ਆਫ ਕ੍ਰੌਪ, ਮਿਆਰੀਕਰਨ, ਕਿ ਉਹਦਾ ਮਿਆਰ ਕਿਹੋ ਜਿਹਾ ਹੋਏਗਾ, ਪੈਕੇਜਿੰਗ ਕਿਹੋ ਜਿਹੀ ਹੋਏਗੀ। ਹੁਣ ਸਧਾਰਨ ਬੰਦਾ ਜਿਹੜਾ ਛੋਟੀ ਜ਼ਮੀਨ ਵਾਲਾ, ਜੇ ਉਹ ਪੈਕੇਜਿੰਗ ਕਿੱਥੋਂ, ਕਿਹੜੀਆਂ ਮਸ਼ੀਨਾਂ ਲਾਏਗਾ ਪੈਕੇਜਿੰਗ ਲਈ, ਕਿਵੇਂ ਮਿਆਰੀਕਰਨ, ਇੱਕ ਸਾਈਜ਼ ਦੇ ਆਲੂ ਇੱਕ ਪਾਸੇ ਰੱਖੋ, ਦੂਜੇ ਸਾਈਜ਼ ਦੇ ਦੂਜੇ ਪਾਸੇ, ਇਹਦੇ 'ਚ ਇਹ ਹੈ। ਕੋਈ ਉਹਨਾਂ ਦਾ ਐਕਸਪਰਟ ਹੁੰਦਾ, ਉਹ ਕਹਿੰਦਾ ਨਹੀਂ ਜੀ ਇਹ ਫਸਲ ਉਹ ਚੱਕ ਕੇ ਕਹਿੰਦਾ ਇਹ ਉਹਦੇ ਕੋਲ ਹੈ ਸਾਰਾ ਰਾਈਟ, ਉਹ ਚੱਕ ਕੇ ਹੁਣ ਕਹਿੰਦਾ ਵੀ ਨਹੀਂ ਇਹ ਸਾਡੇ ਲਾਇਕ ਨਹੀਂ ਹੈ। ਇਹ ਤਾਂ ਕਣਕ ਦੇ ਵਿੱਚ ਵੀ ਜੀ ਮਾਮਣੀ ਬਹੁਤ ਹੈ, ਇਹ ਕਣਕ ਦੇ ਵਿੱਚ ਤਾਂ ਹਜੇ ਵੀ ਘੁੰਡੀਆਂ ਨੇ, ਇਹ ਕਣਕ ਦੇ ਵਿੱਚ ਤਾਂ ਆ ਹੈ, ਉਹਨੇ ਕਹਿ ਹੀ ਦੇਣਾ ਨਾ, ਬਾਕੀ ਕੀ ਕਰੇਗਾ। ਤੇ ਉਹਦੇ ਕਰਕੇ ਫਾਰਮਰ ਨੂੰ ਨਹੀਂ ਉਹ ਮਿਲ ਸਕਦਾ ਕਦੇ ਵੀ ਨਿਆਂ ਇਸ ਮਾਮਲੇ ਦੇ ਵਿੱਚ। ਇਹ ਅਸਲ ਦੇ ਵਿੱਚ ਆਰਡੀਨੈਂਸ ਵਪਾਰੀਆਂ ਦੀ ਵਪਾਰ ਨੂੰ ਆਸਾਨ ਕਰਨ ਦੇ ਤੇ ਪ੍ਰੋਫਿਟ ਲੁੱਟਣ ਦੇ ਨੇ। ਹੌਲੀ ਹੌਲੀ ਇੱਕ ਜਿਹੜਾ ਨੀਤੀ ਆਯੋਗ ਦੀ ਸਾਈਟ ਤੇ ਇੱਕ ਡਰਾਫਟ ਪੇਪਰ ਪਿਆ ਹੋਇਆ, ਤੇ ਉਹ ਡਰਾਫਟ ਪੇਪਰ ਲਾਗੂ ਹੋਣ ਦੇ ਚਾਂਸ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਉਹ ਡਰਾਫਟ ਪੇਪਰ ਇਹ ਕਹਿ ਰਿਹਾ
ਕਿ ਸਾਰੀਆਂ ਰਾਜ ਸਰਕਾਰਾਂ ਨੂੰ ਉਹਨੇ ਪੁੱਛਿਆ ਕਿ ਤੁਸੀਂ ਇਸ ਦੀ ਤੇ ਸਹਿਮਤੀ ਪ੍ਰਗਟ ਕਰੋ। ਤੁਹਾਡੇ ਸੂਬਿਆਂ ਦੇ ਵਿੱਚ 500 ਤੋਂ ਲੈ ਕੇ 1000 ਏਕੜ ਦੇ ਇੱਕ ਫਾਰਮ ਬਣਾਉਂਦੇ ਆ, ਤੇ ਉਹ ਫਾਰਮ ਦੇ ਵਿੱਚ ਜਿਹੜੀ ਮੈਨੇਜਮੈਂਟ ਕਮੇਟੀ, ਉਹ ਫਾਰਮ ਕਾਰਪੋਰੇਟ ਖੇਤੀ ਕਰੇਗਾ, ਕਿਸਾਨ ਉਹਦੇ 'ਚ ਹਿੱਸੇਦਾਰ ਹੋਣਗੇ। ਜਿਹੜੀ ਮੈਨੇਜਮੈਂਟ ਹੋਏਗੀ 51% ਕਿਸਾਨਾਂ ਦੀ ਤੇ 49% ਪ੍ਰੋਗਰੈਸਿਵ ਕੈਪੀਟਲਿਸਟਾਂ ਦੀ ਹੋਏਗੀ, ਤੇ ਜਿਨ੍ਹਾਂ ਨੂੰ ਨਾਮ ਬੜੇ ਸ਼ਬਦ ਚੰਗੇ ਦਿੱਤੇ ਜਾਂਦੇ ਨੇ ਜਿਹੜੇ ਮਤਲਬ ਉਸ ਲੈਵਲ ਤੇ ਨੇ। ਔਰ ਪ੍ਰੋਗਰੈਸਿਵ ਛੱਡੋ, 49 ਛੱਡੋ, ਤੁਸੀਂ 2 ਬਿਠਾ ਦਿਓ ਜਿਹਦੇ ਕੋਲ ਉਹ ਸਕਿੱਲ ਹੈ ਤੁਹਾਨੂੰ ਮੋਡੀਫਾਈ ਕਰਨ ਦੀ, 50 ਬੰਦਿਆਂ ਨੂੰ ਐ ਚਰਚਾ ਕੇ ਕਰਨ ਦੀ, ਤੇ ਉਹ ਸਾਰੀ ਆਉਣ ਵਾਲੇ ਸਮੇਂ 'ਚ ਇਹ ਫਾਰਮ ਕਾਰਪੋਰੇਟ ਦੇ ਹਵਾਲੇ ਕਰਨ ਦਾ ਇੱਕ ਤਰੀਕਾ ਹੈ। ਕਿ ਇੱਕ ਗੱਲ ਉਹਨਾਂ 'ਚ ਕੀਤੀ ਹੈ ਨਾ, ਜਿਹੜੀ ਨੂੰ ਕਈ ਲੋਕ ਕਹਿ ਰਹੇ ਨੇ ਜੀ ਕਿਸਾਨਾਂ ਦੀ ਜ਼ਮੀਨ ਨਹੀਂ ਜਾਏਗੀ, ਵੀ ਤੁਹਾਡੇ ਕੋਲ ਰਹੇਗੀ। ਉਹ ਕਹਿੰਦੇ ਨੇ ਮੇਰੇ ਨਾਲ 18 ਸਾਲ ਲਈ ਲਿਖਦੇ, 20 ਸਾਲ ਲਈ ਲਿਖਦੇ, 30 ਸਾਲ ਲਈ ਲਿਖਦੇ। ਜੇ ਇੱਕ ਗੱਲ ਹੀ ਉਹ ਲਿਖਾ ਲਈ, ਮੰਨ ਲਓ ਲੀਜ਼ ਤੇ ਵੀ ਲਿਖਾ ਲਈ, ਮਾਲਕ ਚਾਹੇ ਉਹ ਹੈ, ਪਰ ਉਹ ਮਜ਼ਦੂਰ ਬਣ ਕੇ ਕੰਮ ਕਰੇਗਾ ਉਹਦੇ ਉਸ ਖੇਤ ਦੇ ਵਿੱਚ, ਕਿਉਂਕਿ ਉਹਨੂੰ ਤਾਂ ਠੇਕਾ ਮਿਲ ਰਿਹਾ ਅਲੱਗ ਛੋਟਾ ਮੋਟਾ ਜਿੰਨਾ ਕੁ ਵੀ ਦੇ ਤਾ, ਉਹਦੇ ਨਾਲ ਉਹਦਾ ਗੁਜ਼ਾਰਾ ਨਹੀਂ। ਤੇ ਉਹ ਕਹਿ ਰਹੇ ਨੇ ਕਿ ਜੇ ਆਉਣਾ ਤਾਂ ਸਾਡਾ ਮੈਨੇਜਰ ਅਸੀਂ ਆ ਤੇ ਤੁਸੀਂ ਮਜ਼ਦੂਰੀ ਕਰੋ। ਪੰਜਾਬ ਵਰਗੇ ਸੂਬੇ ਦੇ ਵਿੱਚ ਇੱਕ ਬੜਾ ਸੰਕਟ ਹੈ, ਕੇਵਲ ਆਰਥਿਕ ਨਹੀਂ ਸੱਭਿਆਚਾਰਕ ਸੰਕਟ ਦਾ ਵੀ ਇੱਕ ਦੌਰ ਹੈ। ਕਿਉਂਕਿ ਪੰਜਾਬ ਦਾ ਜਿਹੜਾ ਜੱਟ ਕਿਸਾਨੀ ਹੈ, ਉਹਦੇ ਕੋਲ 2 ਕਨਾਲਾਂ ਵੀ ਜ਼ਮੀਨ ਹੈ, ਉਹ ਦੂਜੇ ਦੇ ਜਾ ਕੇ ਦਿਹਾੜੀ ਕਰਨ ਲਈ ਤਿਆਰ ਨਹੀਂ। ਆਪਦੇ ਖੇਤ ਦੇ ਵਿੱਚ ਕੰਮ ਕਰਨ ਲਈ ਤਾਂ ਤਿਆਰ ਹੈ, ਜਾਂ ਤਾਂ ਕੋਈ ਉਹਨੂੰ ਹੋਰ ਜੌਬ ਮਿਲ ਜੇ, ਖੇਤੀ ਟਾਈਪ ਹੀ ਦਿਹਾੜੀ ਕਰਨ ਲਈ ਉਹ ਤਿਆਰ ਨਹੀਂ ਹੈ। ਇਹ ਬਹੁਤ ਵੱਡਾ ਇੱਕ ਮਾਮਲਾ ਹੈਗਾ ਪੰਜਾਬ ਦੇ ਵਿੱਚ। ਉਹਨੂੰ ਤੁਸੀਂ ਜ਼ਬਰਦਸਤੀ ਮਜਬੂਰ ਕਰੋਗੇ ਤਾਂ ਜਿਵੇਂ ਸੁਸਾਈਡ ਵੱਧ ਰਹੀ ਹੈ, ਸ਼ਾਇਦ ਸੁਸਾਈਡ ਹੋਰ ਜ਼ਿਆਦਾ। ਉਹ ਹਾਂ, ਉਹਨੂੰ ਤੁਸੀਂ ਜੇ ਤੋੜੋਗੇ, ਜ਼ਬਰਦਸਤੀ ਟੁੱਟੂ ਜੇ ਕਰੋ। ਜੇ ਤਾਂ ਸਹਿਮਤੀ ਨਾਲ ਸਹਿਮਤ ਹੋ ਕੇ ਟੁੱਟ ਜਾਂਦਾ ਫਿਰ ਤਾਂ ਇੱਕ ਅਲੱਗ ਗੱਲ ਹੁੰਦੀ ਹੈ। ਕੋਈ ਵੀ ਕੰਮ ਛੋਟਾ ਜਾਂ ਬੜਾ ਨਹੀਂ ਹੁੰਦਾ, ਜਿੱਥੇ ਮਰਜ਼ੀ ਤੁਸੀਂ ਕੰਮ ਕਰ ਸਕਦੇ ਹੋ। ਪਰ ਜਿੰਨਾ ਚਿਰ ਉਹ ਹਿੱਚ ਬਣੀ ਹੋਈ ਹੈ, ਜੇ ਤੁਸੀਂ ਧੱਕੇ ਨਾਲ ਤੋੜਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦਾ ਅੰਦਰ ਇੱਕ ਐਸੀ ਉਥਲ ਪੁਥਲ ਹੁੰਦੀ ਹੈ ਤੇ ਉਹ ਸੁਸਾਈਡ ਵੱਲ ਜਾਂਦਾ। ਔਰ ਪਹਿਲਾਂ ਹੀ ਕਿਸਾਨ ਤੇ ਮਜ਼ਦੂਰ ਕਰਜ਼ੇ ਹੇਠ ਖੁਦਕੁਸ਼ੀਆਂ ਕਰ ਰਹੇ ਨੇ। ਜੇਕਰ ਇਹ ਸਾਰਾ ਖੁੱਲ੍ਹਾ ਤਾਣਾ ਬਾਣਾ ਇਸ ਤਰੀਕੇ ਦਾ ਹੋ ਗਿਆ, ਮੰਡੀ ਤੇ ਛੱਡ ਦਿੱਤਾ ਗਿਆ ਸਾਰਾ ਕੁਛ, ਫਿਰ ਖੁਦਕੁਸ਼ੀਆਂ ਦਾ ਵੀ, ਰਿਫਿਊਜੀ ਬਣਨ ਦਾ ਵੀ, ਹਿਜਰਤ ਦਾ ਵੀ ਬਹੁਤ ਵੱਡਾ ਇੱਕ ਮਤਲਬ ਡਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਉਧਰ ਨੂੰ ਜਾਣਗੇ। ਤੇ ਰੂਰਲ ਜਿਹੜਾ ਨੁਕਸਾਨ, ਇਹ ਜਿਹੜਾ ਤੁਸੀਂ ਖਦਸ਼ਾ ਕਹਿ ਰਹੇ ਸੀ, ਇਹ ਰੂਰਲ ਜਿਹੜਾ ਮਤਲਬ ਰੂਰਲ ਇਨਫਰਾਸਟ੍ਰਕਚਰ ਵੀ ਇਹਦੇ ਨਾਲ ਤਬਾਹ ਹੋ ਸਕਦਾ? ਨਹੀਂ, ਹੋਏਗਾ ਹੀ। ਲਗਭਗ ਹੁਣ 70,000 ਕਰੋੜ ਰੁਪਏ ਦੀ ਅਨਾਜ ਦੋਨੋਂ ਫਸਲਾਂ ਦਾ ਤੇ ਕੁਛ ਕਾਟਨ ਦਾ ਆਉਂਦਾ ਮਾਰਕੀਟ ਦੇ ਵਿੱਚ। ਉਹ 70,000 ਕਰੋੜ ਰੁਪਏ ਦਾ ਮਤਲਬ ਹੈ 6% ਦੇ ਲਿਹਾਜ਼ ਦੇ ਨਾਲ 4200 ਕਰੋੜ ਰੁਪਇਆ ਸਾਲਾਨਾ, 4200 ਕਰੋੜ ਰੁਪਇਆ। ਉਹਦੇ ਨਾਲ ਵਿੱਚ ਕਰਪਸ਼ਨ ਵੀ ਹੋ ਸਕਦੀ ਹੈ, ਵਿੱਚੇ ਹੁੰਦੀ ਹੈ, ਪਰ ਫਿਰ ਵੀ ਆ ਜਿਹੜੀਆਂ ਲਿੰਕ ਰੋਡਜ਼ ਨੇ, ਜਿੰਨੀਆਂ ਮੰਡੀਆਂ ਬਣੀਆਂ ਨੇ, ਔਰ ਮੰਡੀਆਂ ਦਾ ਟੋਟਲ ਢਾਂਚੇ ਤੇ 12,000 ਕਰੋੜ ਰੁਪਈਆ ਖਰਚ ਹੋਇਆ ਹੈ ਇਹ ਤੋਂ ਪਹਿਲਾਂ ਹੀ। ਔਰ ਕਿਸਾਨ ਇਹ ਚਾਹੁੰਦਾ ਹੈ, ਕਿਸਾਨ ਜਦੋਂ ਫਸਲ ਕੱਟਦਾ ਉਹ ਚਾਹੁੰਦਾ ਜਿੰਨੀ ਨੇੜੇ ਮੰਡੀ ਹੋਵੇ ਉਨਾ ਸੌਖਾ ਹੈ, ਕਿਉਂਕਿ ਮੈਂ ਜਾਵਾਂ ਸ਼ਾਮ ਨੂੰ ਮੈਂ ਵਾਪਸ ਆ ਜਾ। ਔਰ ਬਹੁਤੇ ਕਿਸਾਨ, ਕਿਉਂਕਿ ਛੋਟੇ ਕਿਸਾਨ ਨੇ ਇਸ ਦੇਸ਼ ਦੇ ਵਿੱਚ, ਔਰ ਉਹ ਬਹੁਤੇ ਕਿਸਾਨਾਂ ਕੋਲ ਤਾਂ ਸਟੋਰੇਜ ਲਈ ਇੱਕ ਦਿਨ ਰੱਖਣ ਜੋਗੀ ਵੀ ਨਹੀਂ ਹੈ। ਉਹ ਤਾਂ ਖੇਤ 'ਚੋਂ ਸਿੱਧਾ ਲਿਜਾਊਗਾ ਤੇ ਜਾ ਕੇ ਵੇਚੂਗਾ। ਔਰ ਦੂਜੀ ਗੱਲ ਇਹ ਵੀ ਹੈ ਕਿ ਉਹਨੇ ਪਹਿਲਾਂ ਹੀ ਖੜੀ ਫਸਲ ਖਾਧੀ ਹੁੰਦੀ ਹੈ, ਕਿਉਂਕਿ ਪਹਿਲਾਂ ਹੀ ਤਾਂ ਕਰਜ਼ਾ ਉਧਾਰ ਲਿਆ ਹੁੰਦਾ। ਉਹਨਾਂ ਚਿਰ ਅਗਲਾ ਕਹਿੰਦਾ ਦੇਸ਼ ਲਈ ਰੱਖਣ ਦੀ ਉਹਦੀ ਵੈਸੇ ਵੀ ਕਪੈਸਿਟੀ ਨਹੀਂ ਹੈ। ਰੱਖ ਤਾਂ ਕੇਵਲ ਹੋ ਹੀ ਸਕਦਾ ਨਾ ਜਿਹਦੇ ਕੋਲ ਸਰਪਲਸ ਹੈ, ਜਿਹਨੇ ਕਿਸੇ ਦਾ ਲੈਣਾ ਦੇਣਾ ਨਹੀਂ ਹੈ, ਵੀ ਕੋਈ ਗੱਲ ਨਹੀਂ ਜਦ ਮੌਕਾ ਆਏਗਾ। ਇਸ ਲਈ 70-80% ਕਿਸਾਨੀ ਤਾਂ ਤੁਹਾਡੀ ਇਹੋ ਜਿਹੀ ਹੈ ਜਿਹੜੀ ਦੇ ਕੋਲੇ ਔਕਾਤ ਹੀ ਨਹੀਂ ਹੈ, ਜੇ ਚਾਹੇ ਵੀ ਤਾਂ ਵੀ ਨਹੀਂ ਉਹ ਰੱਖ ਸਕਦਾ। ਤਾਂ ਤੁਸੀਂ ਇਹ ਸਟੋਰੇਜ ਕਿਹਦੇ ਲਈ ਬਣਾ ਰਹੇ ਹੋ, ਤਾਂ ਤੁਸੀਂ ਕਿਹਦੇ ਲਈ ਕੀ ਕਰ ਰਹੇ ਹੋ? ਔਰ ਹਮੇਸ਼ਾ ਹੀ ਹੌਲੀ ਹੌਲੀ ਵੱਡੀਆਂ ਕੰਪਨੀਆਂ, ਛੋਟਾ ਵਪਾਰੀ ਵੀ ਇਹਦੇ ਨਾਲ ਚਲਾ ਜਾਏਗਾ। ਆੜ੍ਹਤੀਆ ਛੋਟਾ ਵਪਾਰੀ ਹੈ, ਉਹ ਉੱਡ ਜਾਏਗਾ, ਕਿਸੇ ਨੇ ਨਹੀਂ ਪੁੱਛਣਾ। ਆਹ ਛੋਟੇ ਛੋਟੇ ਜਿਹੜੇ ਦੁਕਾਨਦਾਰ ਸੀ, ਚੱਕੀਆਂ ਵਾਲੇ ਲੈ ਲੈਂਦੇ ਸੀ, ਫਲਾਣੇ ਲੈ ਲੈਂਦੇ ਸੀ, ਇੱਧਰ ਉੱਧਰਲੇ ਜਿਹੜੇ ਫਲੋਰ ਮਿਲ 'ਚ ਚੱਲਦੀਆਂ ਸੀ, ਇਹ ਵੀ ਉੱਡ ਜਾਣਗੀਆਂ। ਕੇਵਲ ਇਹਦੇ ਨਾਲ ਮੰਡੀ ਬੋਰਡ ਨਹੀਂ ਉੱਡੇਗਾ। ਇਹਦੇ ਨਾਲ ਹੁਣ ਇੱਕ ਇਹ ਗੱਲ ਵੀ ਹੋ ਜਾਏਗੀ ਕਿ ਤੁਸੀਂ ਜਿੱਥੇ ਮਰਜ਼ੀ ਅਨਾਜ ਲੈ ਗਏ ਮੰਨ ਲਓ, ਤੇ ਜਿੱਥੇ ਕਿਸੇ ਇੰਡਸਟਰੀਲਿਸਟ ਦਾ ਆਪਦਾ ਪ੍ਰੋਜੈਕਟ ਲੱਗਿਆ ਹੋਇਆ ਉੱਥੇ ਨਹੀਂ ਜਾਊਗਾ ਮਾਲ। ਪੰਜਾਬ ਦੀ ਸੈਲਰ ਇੰਡਸਟਰੀ ਡੁੱਬ ਜਾਊਗੀ। ਪੰਜਾਬ ਦੇ ਇੰਨੇ ਸੈਲਰ ਜਿਹੜੇ ਨੇ ਲਗਭਗ 3000 ਤੋਂ ਜ਼ਿਆਦਾ, ਜਿਸ 'ਚ ਲੱਖਾਂ ਕਰੋੜਾਂ ਦਾ ਹੁੰਦਾ, ਸਾਰਾ ਚੌਲ ਕੱਢਿਆ ਜਾਂਦਾ, ਲੱਖਾਂ ਹਜ਼ਾਰਾਂ ਲੋਕਾਂ ਦੀ ਰੋਜ਼ੀ ਦਾ ਸਾਧਨ ਹੈ। ਠੀਕ ਹੈ, ਤੇ ਉਹ ਕਾਰਨ ਤਾਂ ਹੁੰਦਾ ਕਿਉਂਕਿ ਜਿੱਥੇ ਤੁਸੀਂ ਖਰੀਦਦੇ ਹੋ ਉਸੇ ਸੈਲਰ 'ਚ ਲੱਗਦੀ ਹੈ, ਨੇੜੇ ਜਾ ਕੇ ਸੈਲਰ ਵਾਲਿਆਂ ਨੂੰ ਅਲਾਟਮੈਂਟ ਹੁੰਦੀ ਹੈ। ਉਹ ਸੈਲਰ ਸਨਅਤ ਤਾਂ ਚੱਲਦੀ ਹੈ, ਉਹ ਸੈਲਰ ਸਨਅਤ ਠੱਪ ਹੋ ਜਾਣੀ ਹੈ ਸਾਰੀ ਦੀ ਸਾਰੀ। ਜਿਸ ਉਹ ਤਾਂ ਪਹਿਲਾਂ ਜਿਵੇਂ ਕੀ ਹੁੰਦਾ ਹੈ, ਜਿੱਦਾਂ ਤੁਸੀਂ ਕਹਿ ਰਹੇ ਸੀ ਵੀ ਇਹ ਮੋਨੋਪੋਲੀ ਕ੍ਰੀਏਟ ਕਰਨਗੇ। ਪਹਿਲਾਂ ਇਹ ਹੁੰਦਾ ਸੀਗਾ ਵੀ ਗੰਨਾ ਲੈ ਕੇ ਜਾਂਦਾ ਸੀ ਕਿਸਾਨ, ਤਾਂ ਉਹਨੂੰ ਕਮਰਾ ਵੀ ਦਿੱਤਾ ਜਾਂਦਾ ਸੀ ਰਹਿਣ ਵਾਸਤੇ, ਉਹਦੇ ਚਾਹ ਪਾਣੀ ਬ੍ਰੈਡ ਪਕੌੜਿਆਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਸੀ। ਹੌਲੀ ਹੌਲੀ ਇਹ ਚੀਜ਼ਾਂ ਖਤਮ ਹੋਈਆਂ। ਖਤਮ ਹੋ ਕੇ ਉਲਟਾ ਇਹ ਹੋ ਗਿਆ ਕਿ ਜਿਹੜਾ ਤੁਸੀਂ ਗੰਨਾ ਲਿਆ ਰਹੇ ਹੋ ਉਹਦੇ 'ਚੋਂ 1 ਕੁਇੰਟਲ ਦੀ ਅਸੀਂ ਕਾਟ ਕਰਾਂਗੇ ਵੀ ਸਾਡਾ ਘਟ ਜਾਂਦਾ। ਐਦਾਂ ਹੀ ਜਦੋਂ ਇਹ ਮੋਨੋਪੋਲੀ ਹੋ ਜਾਏਗੀ ਨਾ ਕੰਪਨੀਆਂ ਦੀ ਇੱਥੇ, ਤੇ ਇਹ ਜਿੱਦਾਂ ਮਰਜ਼ੀ ਦੱਬ ਲੈਣਗੇ ਕਿਸਾਨ ਨੂੰ।
ਨਹੀਂ ਹੋਈ ਹੈ ਮੋਨੋਪੋਲੀ ਆਲਰੇਡੀ। ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਜਿੱਥੋਂ ਅਸੀਂ 50 ਸਾਲ ਦਾ ਪੁਰਾਣਾ ਮਾਡਲ ਲਿਆ ਰਹੇ ਹਾਂ, ਲਗਭਗ 50 ਸਾਲ ਹੋ ਗਏ ਵਾਲਮਾਰਟ ਨੂੰ, ਤੇ ਜਿੰਨਾ ਵਿਰੋਧ ਵਾਲਮਾਰਟ ਦਾ ਅਮਰੀਕਾ 'ਚ ਹੈ, ਬਾਹਰ ਕਿਤੇ ਨਹੀਂ ਹੈ ਉਸ ਲੈਵਲ ਦੇ ਉੱਤੇ ਨਾ। ਇਹ ਨਹੀਂ ਕੋਈ ਗੱਲ। ਅਸਲ ਦੇ ਵਿੱਚ ਆਉਣ ਵਾਲਾ ਫਿਊਚਰ ਜਿਹੜਾ ਹੈ, ਉਹ ਜਿਹੜਾ ਖੁਰਾਕ ਦਾ ਮਾਮਲਾ ਹੈ, ਇਹ 'ਚ ਬਹੁਤ ਵੱਡਾ ਪ੍ਰੋਫਿਟ ਹੈ। ਲੋਕਾਂ ਨੇ ਰੋਟੀ ਖਾਣੀ ਹੋ ਹੈ, ਬਾਕੀ ਸਭ ਚੀਜ਼ਾਂ ਬਿਨਾਂ ਸਰ ਸਕਦਾ, ਰੋਜ਼ ਖਾਣੀ ਹੈ। ਤੇ ਜਿਹਦੇ ਹੱਥ 'ਚ ਫੂਡ ਹੋਏਗਾ, ਜਿਹਦੇ ਹੱਥ 'ਚ ਖੁਰਾਕ ਹੋਏਗੀ, ਉਹ ਸਭ ਤੋਂ ਦੁਨੀਆ 'ਚ ਉਥਲ-ਪੁਥਲ ਵੀ ਜਦ ਮਰਜ਼ੀ ਕਰਾ ਦੇ। ਉਹ ਕਿਸੇ ਸਿਆਸਤਦਾਨ ਦੇ ਸੰਗੀ ਘੁੱਟ ਕੇ ਜਦ ਮਰਜ਼ੀ ਕੋਈ ਗੱਲ ਵੀ ਕਰਾ ਲੇ। ਔਰ ਇਸੇ ਕਰਕੇ ਲਗਭਗ ਦੁਨੀਆ ਦੇ 33-34 ਮੁਲਕਾਂ 'ਚ ਫੂਡ ਰਾਈਟਸ ਹੋ ਰਹੇ ਨੇ ਸਮੇਂ-ਸਮੇਂ। ਕਦੇ ਕਿਸੇ ਸਾਲ ਸੋਕਾ ਪੈ ਗਿਆ, ਕਦੇ ਕਿਸੇ, ਕਿਉਂਕਿ ਭੁੱਖਾ ਬੰਦਾ ਲੜੂਗਾ ਵੀ, ਮਰੂਗਾ ਵੀ, ਜੋ ਵੀ ਮਰਜ਼ੀ ਕਰੂਗਾ। ਜਿਹੜੀ ਦੇਸ਼ ਦੀ ਸੋ ਕਾਲਡ ਅਸੀਂ ਕਹਿੰਦੇ ਕਿ ਸਾਡੀ ਪ੍ਰਭੂਸੱਤਾ ਹੈ, ਅਸੀਂ ਇੰਡੀਪੈਂਡੈਂਟ ਹਾਂ, ਉਹ ਇੰਡੀਪੈਂਡੈਂਸ ਕੁਛ ਨਹੀਂ ਰਹਿੰਦੀ। ਜਦੋਂ ਠੂਠਾ ਫੜ ਕੇ ਬਾਹਰ, ਜਦੋਂ ਇਹੀ ਦੇਸ਼ ਖੜਾ ਸੀ 1960 ਤੋਂ ਪਹਿਲਾਂ, ਤੇ ਜਦੋਂ ਉਹ ਕਹਿੰਦਾ ਸੀ ਵੀ ਨਹੀਂ ਇਸ ਰੇਟ ਤੇ ਮਿਲੂਗਾ, ਸ਼ਰਤ ਨਾਲ ਕਰਨ ਲੈਣੀ ਪਵੇਗੀ, ਇਹ ਕੰਡੀਸ਼ਨ ਨਾਲ ਲੈਣੀ ਪਵੇਗੀ, ਤਾਂ ਉਹ ਕੰਡੀਸ਼ਨਾਂ ਜਿਹੜੀਆਂ ਮੰਨ ਕੇ ਫਿਰ ਤੁਹਾਡੀ ਤਾਕਤ ਨਹੀਂ ਧੌਣ ਉੱਪਰ ਨਹੀਂ ਰਹਿੰਦੀ ਕਿਸੇ ਵੀ ਦੇਸ਼ ਦੀ। ਜਿਹੜੀ ਇਹ ਗੱਲ ਇੱਕ ਕਹੀ ਜਾ ਰਹੀ ਹੈ, ਖਾਸ ਤੌਰ 'ਤੇ ਜਦੋਂ ਇਹ ਆਰਡੀਨੈਂਸ ਲਾਗੂ ਕੀਤੇ ਨੇ, ਤੇ ਇਦੋਂ ਪਹਿਲਾਂ ਵੀ ਆਰਡੀਨੈਂਸਾਂ ਤੋਂ ਜਿਹੜਾ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਹੈ, ਉਹਨੇ 2 ਫਸਲਾਂ ਦੇ ਭਾਅ ਹਾੜੀ ਤੇ ਸੌਣੀ ਦੇ ਜਦੋਂ ਰਿਲੀਜ਼ ਕੀਤੇ ਨੇ, ਉਹਦੀ ਰਿਪੋਰਟ ਹੈ 243 ਪੇਜ ਦੀ ਇੱਕ ਰਿਪੋਰਟ ਹੈ, 19 ਉਹ ਲਗਭਗ ਦੂਜੀ ਹੈ। ਇਹ ਤਿੰਨੇ ਐਕਟਾਂ ਦੀ ਆਧਾਰ ਉੱਥੇ ਪਿਆ। ਉਹਨੇ ਕਿਹਾ ਹੋਇਆ ਕਿ ਓਪਨ ਐਂਡਡ ਪ੍ਰੋਕਿਉਰਮੈਂਟ, ਜਿਹਨੂੰ ਕਹਿੰਦੇ ਆ ਦਾਣਾ ਦਾਣਾ ਖਰੀਦਣੋਂ, ਇਹਨੂੰ ਬੰਦ ਕਰਨਾ ਪਏਗਾ, ਇਹਨੂੰ ਰਿਵਿਊ ਕਰੋ, ਇਹ ਉਹਨੇ ਕਿਹਾ। ਕੰਟਰੈਕਟ ਫਾਰਮਿੰਗ ਉਹਨੇ ਕਿਹਾ ਹੈ, ਉਹਨੇ ਕਿਹਾ ਟੈਕਸ 1 ਤੋਂ 2% ਕਰੋ, ਪਰ ਇਹਨਾਂ ਨੇ 0 ਕਰਤਾ, ਉਹ ਅਲੱਗ ਸਵਾਲ ਹੈ। ਮਤਲਬ ਇਹ ਉਹਦੇ 'ਚ ਆਲਰੇਡੀ ਇੱਕ ਪ੍ਰੋਵੀਜ਼ਨ ਹੈ। ਸ਼ਾਂਤਾ ਕੁਮਾਰ ਕਮੇਟੀ 'ਚ ਆਲਰੇਡੀ ਇੱਕ ਪ੍ਰੋਵੀਜ਼ਨ ਹੈ। ਜਿਹੜੇ ਹੁਣ ਕਹੀ ਜਾਂਦੇ ਨਾ ਵੀ ਨਹੀਂ ਇਹੋ ਜਿਹਾ ਹੋਏਗਾ ਨਹੀਂ, ਐ ਨਹੀਂ ਹੋਏਗਾ, ਐ ਨਹੀਂ ਹੋਏਗਾ, ਇਹ ਆਲਰੇਡੀ ਵੱਡੀਆਂ ਰਿਪੋਰਟਾਂ ਦਾ ਇੱਕ ਤਰੀਕਾਕਾਰ ਹੈ, ਜਿਹਨੂੰ ਹੁਣ ਇੰਪਲੀਮੈਂਟ ਕੀਤਾ ਜਾ ਰਿਹਾ। ਔਰ ਜੇਕਰ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਖੇਤੀ ਅਸੀਂ ਉਹੀ ਜੀ ਲਾਗੂ ਕਰ ਰਹੇ ਹਾਂ ਜਿਹੜੀ ਯੂਰਪ ਦੇ ਵਿੱਚ ਹੈ ਜਾਂ ਅਮਰੀਕਾ, ਅਮਰੀਕਾ ਤੋਂ ਲੈ ਕੇ ਯੂਰਪ ਤੱਕ ਕਿਤੇ ਵੀ 2 ਤੋਂ ਲੈ ਕੇ 4% ਤੋਂ ਵੱਧ ਫਾਰਮਰ ਖੇਤੀ 'ਚ ਨਹੀਂ ਹੈ ਆਬਾਦੀ ਦਾ। ਸਾਡੇ ਅੱਜ ਵੀ 50% ਤੋਂ ਜ਼ਿਆਦਾ ਲੋਕ ਖੇਤੀ 'ਚ ਨਿਰਭਰ ਨੇ। ਇਸ ਲਈ ਅਮਰੀਕਨ ਮਾਡਲ ਨਹੀਂ, ਤੁਸੀਂ 98% ਲੋਕਾਂ ਲਈ 2% ਨੂੰ ਸਬਸਿਡੀ ਦੇਣਾ, ਜਿਹੜੀਆਂ ਕਿ ਉਹ $1 ਬਿਲੀਅਨ 'ਚ ਦੇ ਰਹੇ ਨੇ, ਤਾਂ ਕਿਸਾਨੀ ਕਰ ਰਹੇ ਨੇ, ਉਹ ਆਸਾਨ ਕੰਮ ਹੈ। 50% ਨੂੰ ਤੁਸੀਂ ਇਹ ਕਰ ਦੋਗੇ, ਇਹ ਸੰਭਵ ਇਹ ਹੋਏਗਾ ਨਹੀਂ। ਇੱਥੇ ਬਹੁਤ ਵੱਡਾ ਇੱਕ ਖਲਾਅ ਪੈਦਾ ਹੋਏਗਾ। ਤੁਸੀਂ ਨਕਲ ਨਹੀਂ, ਆਪਣੇ ਹਾਲਾਤ ਮੁਤਾਬਕ ਫੈਸਲੇ ਕਰੋ। ਜੇਕਰ ਜਿੱਥੇ ਸਾਡੇ ਹਾਲਾਤ ਨੇ ਹੁਣ, ਉਹ ਕਹਿੰਦੇ ਨੇ ਕਿਸਾਨੀ 'ਚੋਂ ਨਿਕਲਣਾ ਹੀ ਚਾਹੀਦਾ ਜੀ, ਬਹੁਤੇ ਅਰਥ ਸ਼ਾਸਤਰੀ ਇਹੀ ਕਹਿ ਰਹੇ ਨੇ। ਕਿਤੇ ਹੋਰ ਰੁਜ਼ਗਾਰ ਕਿੱਥੇ ਹੈ? ਰੁਜ਼ਗਾਰ ਕੋਰੋਨਾ 'ਚ ਦੇਖ ਲਿਆ ਲੋਕਾਂ ਨੇ। ਅਜੇ ਜਿਹੜਾ ਮਾੜਾ ਮੋਟਾ ਨਕਲ ਵੀ ਦੇਖ ਲਈ ਸਰ, ਜਿਹੜਾ ਮਾੜਾ ਮੋਟਾ ਸਾਂਭਿਆ ਅਜੇ ਵੀ ਉਹ ਪਿੰਡਾਂ ਨੇ ਸਾਂਭਿਆ। ਉਹ ਜਿਹੜੇ ਬੰਦੇ ਇੱਧਰ ਪ੍ਰਵਾਸੀ ਵੀ 12 ਕਰੋੜ ਆਏ ਸੀ ਹਰੇਕ ਸੂਬੇ 'ਚ ਕੰਮ ਕਰਨ, ਸ਼ਹਿਰਾਂ 'ਚ, ਸ਼ਹਿਰ ਨੇ ਉਹਨੂੰ ਨਾ 2 ਮਹੀਨੇ ਛੱਤ ਦਿੱਤੀ, ਚੱਲਿਆ ਹੀ ਨਹੀਂ, ਨਾ 2 ਮਹੀਨੇ ਉਹਦੀ ਰੋਜੀ ਰੋਟੀ ਦੀ ਗਰੰਟੀ ਕੀਤੀ, ਨਾ ਸੁਰੱਖਿਆ ਦੀ ਗਰੰਟੀ ਕੀਤੀ। ਮੁੜ ਕੇ ਉਹਨਾਂ ਨੂੰ ਪਤਾ ਪਹਿਲਾਂ ਵੀ ਉਹ ਗੁਰਬਤ 'ਚੋਂ ਹੀ ਆਏ ਸੀ, ਪਰ ਕਹਿੰਦੇ ਗੁਰਬਤ ਦੇ ਵਿੱਚ ਜਾ ਕੇ ਉੱਥੇ ਕੋਈ ਘੱਟੋ ਘੱਟ ਮੋਢੇ 'ਤੇ ਹੱਥ ਤਾਂ ਰੱਖਦਾ। ਇੰਨਾ ਤਾਂ ਨਹੀਂ ਹੈ ਵੀ ਇੱਥੇ ਭੁੱਖੇ ਮਰ ਜਾਓ ਤੇ ਕੋਈ ਐਂ ਵੀ ਨਹੀਂ ਕਹੇਗਾ ਤੂੰ ਮਰ ਕਿਉਂ ਰਿਹਾ। ਇਸ ਕਰਕੇ ਉਹ ਵਾਪਸ ਪਿੰਡਾਂ ਨੂੰ ਚਲੇ ਗਏ। ਚਾਹੀਦਾ ਤਾਂ ਇਹਦੋਂ ਉਲਟ ਹੈ ਸਗੋਂ ਹੁਣ, ਕਿ ਪੇਂਡੂ ਅਰਥ ਵਿਵਸਥਾ ਨੂੰ ਲਾਹੇਵੰਦ ਬਣਾਇਆ ਜਾਏ। ਜਿੰਨਾ ਨੇੜੇ ਰੁਜ਼ਗਾਰ ਮਿਲੇਗਾ ਕਿਸੇ ਬੰਦੇ ਨੂੰ, ਮੰਨ ਲਓ ਮੈਂ ਚੰਡੀਗੜ੍ਹ 'ਚ ਆ ਕੇ ਕਿਰਾਏ 'ਤੇ ਰਹਿਣਾ ਬਾਕੀ ਹੈ, ਜਿੰਨਾ ਮੈਨੂੰ ਇੱਥੇ ਪੈਸੇ ਮਿਲਦੇ ਨੇ, ਮੇਰੇ ਪਿੰਡ ਮੈਨੂੰ ਅੱਧੇ ਵੀ ਮਿਲ ਜਾਣ ਇੱਦੋਂ, ਮੈਂ ਸ਼ਾਇਦ ਇੱਦੋਂ ਵਧੀਆ ਜ਼ਿੰਦਗੀ ਜਿਉਣਾ, ਕਿਉਂਕਿ ਮੇਰੇ ਖਰਚੇ ਟੁੱਟ ਕੇ, ਮਕਾਨ ਦਾ ਕਿਰਾਇਆ ਨਹੀਂ, ਟਰਾਂਸਪੋਰਟੇਸ਼ਨ ਦਾ ਨਹੀਂ, ਬਾਕੀ ਦੇ ਨਹੀਂ। ਇਸ ਲਈ ਮਾਡਲ ਵੀ ਇਹੋ ਜਿਹਾ ਚਾਹੀਦਾ ਹੁੰਦਾ ਸਗੋਂ, ਕਿ ਜਿੰਨੇ ਵੱਧ ਤੋਂ ਵੱਧ ਬੰਦਿਆਂ ਨੂੰ ਨੇੜੇ ਰੁਜ਼ਗਾਰ ਮਿਲ ਸਕੇ, ਉਹ ਜ਼ਿਆਦਾ ਬਿਹਤਰ ਹੈ। ਹਾਂ, ਕੁਝ ਲੋਕ ਜਿਹੜੇ ਪੜ੍ਹਾਈ ਲਿਖਾਈ ਦੇ ਆਸਰੇ ਕਿਤੇ ਹੋਰ ਜਾਣਗੇ ਜਾਂ ਵੱਡੇ ਅਹੁਦੇ ਜਿੱਥੇ ਜਾਣਾ ਚਾਹੁੰਦੇ ਨੇ, ਉਨੇ ਕੁ ਜਾਣ, ਕੋਈ ਗੱਲ ਨਹੀਂ। ਪਰ ਜਦ ਤੁਸੀਂ ਦਿਹਾੜੀ ਨੂੰ ਵੀ ਜਾ ਕੇ ਉੱਥੇ ਲੈ ਜਾਂਦੇ ਹੋ ਚੱਕ ਕੇ, ਇਹ ਖਤਰਨਾਕ ਮਾਡਲ ਹੈ, ਜ਼ਿਆਦਾ ਕੋਸਟਲੀ ਹੈ। ਜ਼ਿਆਦਾ ਕੋਸਟਲੀ ਕੋਈ ਵੀ ਮਾਡਲ ਜਿਹੜਾ ਹੈ, ਉਹ ਸਾਰੇ ਲੋਕਾਂ ਨੂੰ ਮਤਲਬ ਸੰਤੁਸ਼ਟ ਨਹੀਂ ਕਰ ਸਕਦਾ, ਸਾਰੇ ਲੋਕਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਨਹੀਂ ਕਰ ਸਕਦਾ ਕਿਸੇ ਵੀ ਰੂਪ ਦੇ ਵਿੱਚ। ਜਿਹੜੇ ਪ੍ਰਬੰਧ ਸਾਡੇ ਚੱਲ ਰਹੇ ਆ, ਇਹ ਉਲਟਾ ਚੱਲ ਰਿਹਾ। ਇੱਕ ਗੱਲ ਇਹਦੇ 'ਤੇ ਹੋਰ ਬਹੁਤ ਵੱਡੀ ਇਤਰਾਜ਼ਯੋਗ ਗੱਲ ਇਹ ਹੈ ਕਿ ਇਸ ਲੋਕਡਾਊਨ ਦੇ ਵਿੱਚ ਤੁਸੀਂ ਆਰਡੀਨੈਂਸ ਕਰ ਰਹੇ ਹੋ। ਇਸ ਦੇਸ਼ ਦੇ ਸੰਵਿਧਾਨ ਦੇ ਵਿੱਚ ਆਰਡੀਨੈਂਸ ਦੀ ਪ੍ਰੋਵੀਜ਼ਨ ਹੈ, ਇਹ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੈ, ਪਰ ਉਹ ਐਮਰਜੈਂਸੀ ਦੇ ਪੀਰੀਅਡ 'ਚ, ਕਿ ਕੱਲ੍ਹ ਨੂੰ ਤੁਸੀਂ ਫੈਸਲਾ ਕਰਨਾ ਹੈ, ਪਾਰਲੀਮੈਂਟ ਸੈਸ਼ਨ 'ਚ ਨਹੀਂ ਜਾਂ ਅਸੈਂਬਲੀ ਸੈਸ਼ਨ 'ਚ ਨਹੀਂ ਹੈ, ਇੱਕ ਐਮਰਜੈਂਸੀ ਆ ਗਈ, ਯੁੱਧ ਲੱਗ ਗਿਆ, ਕੋਈ ਗੱਲ ਹੋ ਗਈ, ਉਦੋਂ ਤੁਸੀਂ ਕੋਈ ਆਰਡੀਨੈਂਸ ਲਿਆ ਸਕਦੇ ਹੋ। ਖੁਰਾਕ ਦੀ ਕਿਹੜੀ ਐਮਰਜੈਂਸੀ ਆ ਗਈ ਜਿਹਦੇ ਕਰਕੇ ਤੁਸੀਂ ਹੁਣੇ ਮਲਟੀਨੈਸ਼ਨਲ ਇੱਥੇ ਬੈਠੀਆਂ ਨੇ, ਧੱਕੇ ਨਾਲ ਆ ਕੇ ਤੁਹਾਡਾ ਕੰਮ ਕਰਨਗੀਆਂ,
ਤੇ ਜਿਹਦੇ ਕਰਕੇ ਆਰਡੀਨੈਂਸ ਜਾਰੀ ਕਰਨਾ ਪਵੇ। ਉਹ ਵੀ ਖਾਸ ਤੌਰ ਤੇ ਇਦਾਂ ਦਾ ਇੱਕ ਵੀ ਸਟੇਟ ਕਿਸਾਨ ਦਾ ਨੁਕਸਾਨ, ਇਹਦਾ ਇੰਪੈਕਟ ਸਟੇਟਾਂ ਤੇ ਪੈਣਾ, ਕਿਸੇ ਸਟੇਟ ਗਵਰਨਮੈਂਟ ਨਾਲ ਤੁਸੀਂ ਗੱਲ ਨਹੀਂ ਕੀਤੀ। ਇਹਦਾ ਅਸਰ ਕਿਸਾਨੀ ਤੇ ਪੈਣਾ, ਕਿਸੇ ਕਿਸਾਨ ਲੀਡਰਾਂ ਨਾਲ ਤੁਸੀਂ ਗੱਲ ਨਹੀਂ ਕੀਤੀ। ਇਹਦਾ ਅਸਰ ਦੇਸ਼ ਤੇ ਪੈਣਾ, ਤੁਸੀਂ ਦੇਸ਼ ਦੀ ਪਾਰਲੀਮੈਂਟ 'ਚ ਵੀ ਚਰਚਾ ਨਹੀਂ ਕੀਤੀ। ਤਾਂ ਕਿਤੇ ਸ਼ੰਕਾ ਤੇ ਵੀ ਮਤਲਬ ਖੜੀ ਹੁੰਦੀ ਹੈ, ਇੱਕ ਕੁਐਸਚਨ ਖੜੇ ਹੁੰਦੇ ਨੇ, ਸਵਾਲ ਖੜੇ ਹੁੰਦੇ ਨੇ। ਤੁਹਾਡਾ ਜਿਹੜਾ ਵੀ ਲੋਕਾਂ ਨੇ ਸ਼ਾਇਦ ਲੋਕਡਾਊਨ 'ਚ ਬੋਲ ਨਹੀਂ ਪਾਉਣਾ, ਇਸ ਲਈ ਕਰ ਦਿਓ, ਮਤਲਬ ਜੋ ਮਰਜ਼ੀ ਕਰਦੇ ਰਹੋ, ਆਪਣੇ ਮਨਮਾਨੀਆਂ ਤੇ ਚੱਲਦਾ ਰਹੂਗਾ ਕੰਮ। ਤੇ ਹੁਣ ਜਿਹੜੀ ਇਹ ਪੰਜਾਬ ਵਿੱਚ ਪੋਲਿਟਿਕਸ ਸ਼ੁਰੂ ਹੋਈ ਹੈ, ਇਹਦੇ ਉੱਪਰ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਇਸ ਮਸਲੇ 'ਚ ਕੀ ਕਰ ਰਹੀਆਂ ਤੇ ਇਹਦਾ ਆਉਣ ਵਾਲੀ ਇਲੈਕਸ਼ਨ ਦੇ ਉੱਪਰ ਕੀ ਰਿਜ਼ਲਟ ਪੈ ਸਕਦਾ? ਪੰਜਾਬ ਦਾ ਜਿਹੜਾ ਸਭ ਤੋਂ ਬੜਾ ਇਸ਼ੂ ਇਹ ਹੈ, ਇਹ ਇਸ਼ੂ ਜ਼ਿਆਦਾਤਰ ਪੰਜਾਬ 'ਚੋਂ ਹੀ ਬਣਨਾ ਹੈ, ਕਿਉਂਕਿ ਸਿਮਰਤ ਕੌਰ ਬਾਦਲ ਜਦੋਂ ਪ੍ਰੋਸੈਸਿੰਗ ਮੰਤਰੀ ਹੁੰਦੀ ਹੈ ਉਦੋਂ ਹੀ ਇਹ ਆਰਡੀਨੈਂਸ ਜਾਰੀ ਹੁੰਦਾ। ਕੇਵਲ ਉਹਦੇ ਕਰਕੇ ਨਹੀਂ, ਕਿਉਂਕਿ ਉਜਾੜਾ ਪੰਜਾਬ ਦਾ ਹੋਣਾ ਜਿਹੜੀ ਖਰੀਦ ਦੀ ਗਰੰਟੀ ਹੈ। ਪੰਜਾਬ ਨੇ ਇਸੇ ਅਨਾਜ ਦੇ ਜ਼ਰੀਏ ਕੇਵਲ ਅਨਾਜ ਨਹੀਂ ਦਿੱਤਾ, ਆਪਦਾ ਸਭ ਤੋਂ ਕੀਮਤੀ, ਜਿਹਦੀ ਕੋਈ ਕੀਮਤ ਹੀ ਨਹੀਂ, ਕੀਮਤ ਨਾਲ ਇਹ ਲੁਟਾਇਆ ਨਹੀਂ ਜਾ ਸਕਦਾ, ਆਪਦਾ ਪਾਣੀ ਭੇਜਿਆ ਬਾਹਰ। ਇੱਕ ਕਿਲੋ ਚੌਲ ਪੈਦਾ ਕਰਨ ਤੇ 5000 ਲੀਟਰ ਪਾਣੀ ਲੱਗਦਾ। ਬਿਜਲੀ ਦਿੱਤੀ ਹੈ ਆਪਣੀ, ਔਰ ਪਾਣੀ ਦਾ ਜਿਹੜਾ ਬਿਜਲੀ ਵੀ ਸਭ ਸੈਕੰਡਰੀ ਚੀਜ਼ਾਂ ਨੇ ਮੇਰੇ ਲਈ, ਕਿਉਂਕਿ ਪਾਣੀ ਤੋਂ ਬਿਨਾਂ ਪਹਿਲਾਂ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ। ਪਾਣੀ ਤੋਂ ਬਿਨਾਂ ਜ਼ਿੰਦਗੀ ਉਹ ਹੈ ਨਹੀਂ। ਬਿਜਲੀ ਨਾ ਆਵੇ ਕੋਈ ਫਰਕ ਨਹੀਂ ਪੈਂਦਾ, ਬੰਦਾ ਮਰਦਾ ਨਹੀਂ ਹੈ। ਦੁਨੀਆ ਸਭ ਬੜੀ ਬਥੇਰੀ ਬਿਜਲੀ ਤੋਂ ਬਿਨਾਂ ਰਹੀ ਹੈ, ਔਰ ਇਕਨੋਮੀ ਛੋਟੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ। ਇਸ ਲਈ ਜਦੋਂ ਮੈਂ ਇਹ ਕਹਿਣਾ ਕਿ ਜਿਹੜਾ ਵਾਤਾਵਰਨਕ ਇਸ਼ੂ ਹੁੰਦੇ ਨੇ, ਜਿਹੜਾ ਪਾਣੀ ਦਾ, ਮਿੱਟੀ ਦਾ, ਆਬੋ ਹਵਾ ਦਾ, ਜਿਹੜੇ ਇਹ ਮੁੱਦੇ ਨੇ, ਇਹ ਸਭ ਤੋਂ ਵੱਡੇ ਮੁੱਦੇ ਨੇ। ਔਰ ਅਸੀਂ ਉਸ ਬਰਬਾਦੀ ਵੱਲ ਜਾ ਰਹੇ ਹਾਂ, ਇਨਵਾਇਰਮੈਂਟਲੀ ਪੰਜਾਬ ਬਰਬਾਦੀ ਵੱਲ ਜਾ ਰਿਹਾ। ਪੰਜਾਬ ਵਰਗੇ ਸੂਬੇ ਦੇ ਵਿੱਚ ਜਿੱਥੇ ਸਾਫ਼ ਆਬੋ ਹਵਾ ਸੀ, ਦੁਨੀਆ ਦਾ ਸਭ ਤੋਂ ਬਿਹਤਰੀਨ ਖਿੱਤਾ ਇਹ, ਇੰਨੀਆਂ ਰੁੱਤਾਂ ਦੁਨੀਆ 'ਚ ਕਿਸੇ ਖਿੱਤੇ 'ਚ ਨਹੀਂ ਬਦਲਦੀਆਂ ਜਿੰਨੀਆਂ ਇੱਥੇ ਬਦਲਦੀਆਂ ਨੇ। ਅਤੇ ਉਹਦੇ 'ਚ ਲਿਆ ਕੇ ਲੋਕ ਕਾਲੇ ਪੀਲੀਏ ਦੇ, ਲੋਕ ਕੈਂਸਰ ਦੇ ਮਰੀਜ਼ ਬਣਾਤੇ ਤੁਸੀਂ ਲਿਆ ਕੇ ਉਸ ਪੱਧਰ 'ਤੇ। ਹੁਣ ਕਹਿੰਦੇ ਹੋ ਤੁਸੀਂ ਆਪਣਾ ਆਪ ਸੰਵਾਰੋ, ਆਤਮ ਨਿਰਭਰ ਹੋ ਜਾਓ। ਇਹ ਵੈਸੇ ਬਲਫ ਹੈ, ਇਹ ਧੋਖਾ ਵੀ ਹੈ। ਪਰ ਕੁਐਸਚਨ ਇਹ ਹੈ ਕਿ ਜਿਹੜੀਆਂ ਪੰਜਾਬ ਦੀ ਧਿਰ ਹੈ, ਪੰਜਾਬ ਦੀ ਪੋਲੀਟਿਕਸ ਹੈ, ਇਹ ਸਰੈਂਡਰ ਕਰ ਗਈ ਹੈ ਦੇਸ਼ ਦੇ ਕਾਰਪੋਰੇਟ ਦੇ ਸਾਹਮਣੇ। ਅਕਾਲੀ ਦਲ ਕਹਿ ਰਿਹਾ ਵੀ 2017 ਪਾਸ ਕਰਤਾ। ਇਕੱਲਾ ਇਸੇ ਕਰਕੇ ਨਹੀਂ ਕਿ ਉਹ ਜਿਹੜਾ ਸਾਰਾ ਸਰੈਂਡਰ ਇਸ ਕਰਕੇ ਕੀਤਾ। ਪਾਲਿਸੀ ਲੈਵਲ ਤੇ ਨਾ ਨੈਸ਼ਨਲ ਲੈਵਲ ਤੇ ਕਾਂਗਰਸ ਦਾ ਕੋਈ ਬਹੁਤ ਜ਼ਿਆਦਾ ਫਰਕ ਹੈ, ਨਾ ਬੀਜੇਪੀ ਦਾ, ਨਾ ਕਿਸੇ ਵੀ ਰਾਸ਼ਟਰੀ ਪਾਰਟੀ ਦਾ, ਕਿਉਂਕਿ ਸਾਰੀਆਂ ਹੀ ਮਲਟੀਨੈਸ਼ਨਲ ਦੇ ਹਵਾਲੇ ਨੇ। ਉਹਨੂੰ ਚਾਹੁੰਦੀਆਂ ਨੇ ਉਸੇ ਮਤਲਬ ਪਾਲਿਸੀ ਨੂੰ 1991 ਤੋਂ ਲੈ ਕੇ ਮਨਮੋਹਨ ਸਿੰਘ ਤੋਂ ਜਦੋਂ ਤੋਂ ਸ਼ੁਰੂ ਹੋਇਆ ਫਾਈਨਾਂਸ ਮਿਨਿਸਟਰੀ ਤੋਂ ਇਹ ਪਾਲਿਸੀਆਂ ਉਹੀ ਨੇ। ਬੀਜੇਪੀ ਨੰਗੇ ਧੜ ਮਤਲਬ ਕੱਪੜੇ ਕੱਢ ਕੇ ਸਾਹਮਣੇ ਨੱਚਣ ਲੱਗੀ ਉਸੇ ਗੱਲ ਨੂੰ ਲੈ ਕੇ, ਅਤੇ ਉਹ ਮਾੜਾ ਜਿਹਾ ਪਰਦਾ ਪਿਆ ਹੋਇਆ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਪੰਜਾਬ ਦੇ ਵਿੱਚ ਅਜੇ ਵੀ ਇੱਕ ਸਭ ਤੋਂ ਬੜੀ ਜਿਹੜੀ ਔਖੀ ਘੜੀ ਪੰਜਾਬ ਲਈ ਹੈ ਜਾਂ ਸੋਚਣ ਦਾ ਸਵਾਲ ਹੈ, ਜਿਹੜੇ ਪੰਜਾਬ ਨੇ ਹਮੇਸ਼ਾ ਫੈਡਰਲਿਜ਼ਮ ਦੀ ਲੜਾਈ ਲੜੀ ਹੈ। ਹਜ਼ਾਰਾਂ ਬੰਦਾ ਜੇਲ੍ਹ 'ਚ ਗਿਆ, ਪਹਿਲਾਂ ਪੰਜਾਬੀ ਸੂਬੇ ਲਈ ਗਿਆ, ਕੱਲ੍ਹ ਐਮਰਜੈਂਸੀ ਦਾ ਦਿਨ ਲੱਗ ਕੇ ਗਿਆ 25 ਜੂਨ। ਕੇਵਲ ਪੰਜਾਬ ਸੀ ਜਿਹਨੇ ਆਪਣੇ ਆਪ ਜਾ ਜਥਿਆਂ ਦੇ ਰੂਪ ਦੇ ਵਿੱਚ 45000 ਬੰਦਾ ਜੇਲ੍ਹਾਂ 'ਚ ਗਿਆ 19 ਮਹੀਨੇ ਦੀ ਐਮਰਜੈਂਸੀ ਦੌਰਾਨ, ਗ੍ਰਿਫਤਾਰੀਆਂ ਦਿੱਤੀਆਂ। ਅਤੇ ਇਦੋਂ ਇਲਾਵਾ ਅਨੰਦਪੁਰ ਸਾਹਿਬ ਦੇ ਮਤੇ 'ਤੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਕਿ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ, ਫੈਡਰਲਿਜ਼ਮ ਹੋਣਾ ਚਾਹੀਦਾ। ਉਸ ਨੂੰ ਪਰਨਾਈ ਪਾਰਟੀ ਜਿਹੜੀ ਹੈ ਉਹ ਪੂਰੀ ਸੈਂਟਰ ਦੇ ਝੋਲੀ 'ਚ ਜਾ ਪਈ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਹਦੀ ਹਮਾਇਤ ਕਰਨਾ ਤਿੰਨੋਂ ਆਰਡੀਨੈਂਸਾਂ ਦੀ, ਜਾਂ ਉਹਨੂੰ ਇਹ ਕਹਿਣਾ ਵੀ ਇਹ 'ਚ ਕਿਤੇ ਨਹੀਂ ਲਿਖਿਆ, ਲੋਕਾਂ ਨੇ ਪੜ੍ਹੇ ਨਹੀਂ, ਅਤੇ ਜਾਂ ਤਾਂ ਸਾਰੇ ਇਕੋਨਮਿਸਟ, ਸਾਰੇ ਦੇਸ਼ ਦੇ ਵਿਦਵਾਨ ਜਿਹੜੇ ਨੇ, ਜਿਨ੍ਹਾਂ ਨੂੰ ਸਮਝ ਹੈ ਅਰਥ ਵਿਵਸਥਾ ਦੀ, ਜਿਨ੍ਹਾਂ ਨੂੰ ਸਮਝ ਹੈ ਖੇਤੀ ਦੀ, ਤੁਸੀਂ ਉਹਨਾਂ ਨੂੰ ਬੇਵਕੂਫ ਕਹਿ ਰਹੇ ਹੋ। ਅਤੇ ਮੈਨੂੰ ਲੱਗਦਾ ਕਿ ਸਭ ਨੂੰ ਕਹਿਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਵੀ ਕਿਤੇ ਗੜਬੜ ਸਾਡੇ ਅੰਦਰ ਹੈ। ਤੇ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ, ਔਰ ਪਾਰਟੀਆਂ ਛੱਡੋ, ਪਾਰਟੀਆਂ ਦੀ ਆਪਣੀ ਪੋਲੀਟਿਕਸ ਹੋ ਸਕਦੀ ਹੈ। ਜਿਹੜੇ ਖੇਤੀ ਵਿਗਿਆਨੀ ਤੇ ਖੇਤੀ ਅਰਥ ਸ਼ਾਸਤਰੀ ਮੈਜੋਰਿਟੀ ਵੱਡੇ ਪੈਮਾਨੇ ਤੇ ਜਿਹੜੇ ਹੁਣ ਤੱਕ ਜਿਨ੍ਹਾਂ ਦੀ ਇੰਟੈਗ੍ਰਿਟੀ ਤੇ ਵੀ ਕੋਈ ਸਵਾਲ ਨਹੀਂ ਹੈ, ਉਹ ਜਦੋਂ ਇਸ ਪਾਸੇ ਵੱਲ ਗੱਲ ਕਰ ਰਹੇ ਨੇ ਤਾਂ ਧਿਆਨ ਨਾਲ ਸੁਣਨਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਜਿਹੜੇ ਕਹਿੰਦੇ ਨੇ ਇਹਦੇ ਨਾਲ ਫੈਡਰਲਿਜ਼ਮ ਤੇ ਅਸਰ ਨਹੀਂ ਪਿਆ, ਫੈਡਰਲਿਜ਼ਮ ਤਾਂ ਚਲਾ ਗਿਆ, ਤੁਸੀਂ ਦੇਖ ਨਹੀਂ ਰਹੇ ਹੋ। ਪਹਿਲੀ ਗੱਲ ਤਾਂ ਜਿਹੜਾ ਤੁਸੀਂ ਅਨੰਦਪੁਰ ਸਾਹਿਬ ਦਾ ਮਤਾ ਚਾਹੁੰਦੇ ਸੀ ਉਹ ਰੱਦੀ ਦੀ ਟੋਕਰੀ ਸੁੱਟਿਆ ਜਾ ਚੁੱਕਿਆ। ਇਹਦਾ ਮਤਲਬ ਤੁਹਾਨੂੰ ਪਹਿਲਾਂ ਹੀ ਸਮਝ ਉਹਨੂੰ ਆਧਾਰ ਬਣਾ ਕੇ ਪਤਾ ਨਹੀਂ ਕੀ। ਦੂਜੀ ਗੱਲ, ਜਦੋਂ ਇਸ ਦੇਸ਼ ਦੇ ਵਿੱਚ ਜਿੰਨੇ ਵੀ ਮਾਮਲੇ ਆਏ, ਸਿੱਖਿਆ, ਸਿਹਤ, ਉਹ ਕੇਂਦਰ ਦੇ ਕੋਲ ਚਲੀ ਗਈ ਹੈ ਕਿਉਂਕਿ ਪੈਸਾ ਉਹਦੇ ਕੋਲ ਹੈ। ਜਿਹੜਾ ਟੈਕਸ ਲਾਉਣ ਦਾ ਹੱਕ ਸੀ ਪੰਜਾਬ ਦੀਆਂ ਗੌਰਮੈਂਟਾਂ ਨੂੰ, ਉਹ GST ਨੇ ਖੋਹ ਲਿਆ। ਤੁਸੀਂ ਮੰਗਤੇ ਬਣ ਕੇ ਜਾਂਦੇ ਹੋ, ਸਾਡੀ ਕਿਸ਼ਤ ਤਾਂ ਦੇ ਦਿਓ, ਸਾਡੀ ਕਿਸ਼ਤ ਤਾਂ ਦੇ ਦਿਓ। ਉਹ ਕਹਿੰਦੇ ਖੜ ਜਾਓ, ਹਜੇ ਨਹੀਂ ਦਿੰਦੇ। ਅਤੇ ਉਹਦੇ 'ਚ ਵੀ ਤੁਹਾਨੂੰ ਜੇ ਸੈਂਟਰਲਾਈਜੇਸ਼ਨ ਨਹੀਂ ਲੱਗਦੀ, ਜੇ NIA ਜਿਹੜੀ ਬਣੀ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜਿੰਨੇ ਵੀ ਅਨਲਾਫੁਲ ਐਕਟੀਵਿਟੀਜ਼ ਦੇ ਸੰਬੰਧੀ ਕਾਨੂੰਨ ਨੇ
ਉਹ ਸਾਰੇ ਉਹਦੇ ਖਾਤੇ 'ਚ ਚਲੇ ਗਏ ਨੇ। ਤੁਹਾਡਾ ਡੀਜੀਪੀ ਦੀ ਔਕਾਤ ਨਹੀਂ ਬਚੀ, ਤੁਹਾਡੀ ਲਾਅ ਐਂਡ ਆਰਡਰ ਦੀ ਔਕਾਤ ਨਹੀਂ ਬਚੀ। ਉਹ ਸਾਰੇ ਲਿਆ ਕੇ ਸਿੱਧਾ ਪਰਚਾ ਦਰਜ ਕਰਦੇ ਨੇ ਦੇਸ਼ ਧਰੋਹੀ ਦਾ, ਤੇ ਆਪਦੇ ਆਪ ਚੱਕਦੇ ਨੇ ਤੇ ਉੱਥੇ ਮੁਕੱਦਮਾ ਚਲਾਉਂਦੇ ਨੇ। ਜੇ ਇਹਨੂੰ ਵੀ ਤੁਸੀਂ ਅਜੇ ਸੈਂਟਰ ਦਾ ਦਖਲ ਨਹੀਂ ਮੰਨਦੇ, ਜੇ ਜੰਮੂ ਕਸ਼ਮੀਰ ਜਿਹੜਾ ਸਪੈਸ਼ਲ ਸਟੇਟਸ ਤੋਂ ਲਿਆ ਕੇ ਯੂਟੀ ਬਣਾ ਦਿੱਤਾ ਗਿਆ, ਅਜੇ ਵੀ ਤੁਹਾਨੂੰ ਫੈਡਰਲਿਜ਼ਮ ਦੀ ਗੱਲ ਨਹੀਂ ਲੱਗਦੀ, ਤਾਂ ਹੋਰ ਕਿਹੜੇ ਸਵਾਲ ਕਰਦੇ ਹੋ? ਤੇ ਇਹ ਆਰਡੀਨੈਂਸ ਉਸੇ ਦਿਸ਼ਾ ਦੇ ਵਿੱਚ ਗੱਲ ਜਾ ਰਹੇ ਨੇ, ਤੇ ਇਹ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਹੈ। ਈਵਨ ਕੋਵਿਡ ਦੇ ਉੱਪਰ ਫੈਸਲੇ ਲੈ ਜਾਂਦੇ ਨੇ, ਨਹੀਂ ਉਹ ਲੈ ਹੀ ਰਹੇ ਨੇ ਉਸੇ ਇੱਕ ਐਕਟ ਦੇ ਤਹਿਤ। ਤੇ ਜੇਕਰ ਤੁਸੀਂ ਇਹ ਕਹਿ ਰਹੇ ਹੋ ਕਿ ਐਮਐਸਪੀ ਨਹੀਂ ਜਾਣੀ, ਤੇ ਐਮਐਸਪੀ ਇੱਥੇ ਲਿਖਿਆ ਕਿੱਥੇ ਹੈ? ਅਸਲ 'ਚ ਡਿਮਾਂਡ ਇਹ ਕਰਨੀ ਚਾਹੀਦੀ ਹੈ ਕਿ ਇੱਕ ਲਾਅ ਬਣਨਾ ਚਾਹੀਦਾ, ਜਿਹੜਾ ਲਾਅ ਇਹ ਗਰੰਟੀ ਕਰੇ ਕਿ ਜਿਹੜੀ ਚੀਜ਼ ਫਸਲਾਂ ਦੀ ਐਮਐਸਪੀ ਨਿਰਧਾਰਿਤ ਕੀਤੀ ਜਾਊਗੀ, ਅਨਾਉਂਸ ਕੀਤੀ ਜਾਊਗੀ, ਉਹਦੇ ਤੋਂ ਹੇਠਾਂ ਵੇਚਣ ਦੀ ਇਜਾਜ਼ਤ ਜਾਂ ਖਰੀਦਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ। ਇਹ ਕਾਨੂੰਨ ਬਣਵਾਓ। ਫਿਰ ਤੁਸੀਂ ਕਹਿੰਦੇ ਹੋ ਇਹ 'ਚ ਨਹੀਂ ਲਿਖਿਆ ਤਾਂ ਇਦੋਂ ਪਹਿਲਾਂ ਵੀ ਨਹੀਂ ਤੇ ਨਾ ਹੁਣ ਵੀ ਲਿਖਿਆ। ਉਹ ਇੱਕ ਕਮਿਟਮੈਂਟ ਹੈ, ਇੱਕ ਪ੍ਰਤੀਬੱਧਤਾ ਹੈ, ਪਰ ਉਹਦੇ ਨਾਲ ਦੀ ਨਾਲ ਜਿਹੜੀਆਂ ਸਾਰੀਆਂ ਧਾਰਾਵਾਂ ਉਧਰ ਨੂੰ ਜਾ ਰਹੀਆਂ ਨੇ ਕਿ ਐਮਐਸਪੀ ਅੱਜ ਨਹੀਂ ਤਾਂ ਕੱਲ੍ਹ ਖਤਮ ਹੋ ਰਹੀ ਹੈ। ਔਰ ਗਡਕਰੀ ਦਾ ਬਿਆਨ ਗਡਕਰੀ ਨੇ ਬਾਅਦ 'ਚ ਵਾਪਸ ਲੈ ਲਿਆ, ਉਹ ਅਲੱਗ ਸਵਾਲ ਹੈ। ਜਿਹੜਾ ਜਦੋਂ ਉਹਨਾਂ ਦਾ ਫੈਸਲਾ ਇਹ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਦੇ ਕਰਕੇ ਦੇਸ਼ 'ਚ ਆਰਥਿਕ ਸੰਕਟ ਵੱਧ ਰਿਹਾ ਸਭ ਤੋਂ ਜ਼ਿਆਦਾ, ਇਹਦੇ ਤੋਂ ਵਾਪਸ ਆਉਣਾ ਪਏਗਾ, ਤਾਂ ਹੋਰ ਕੀ ਕਹਿਣਾ ਤੁਸੀਂ ਉਸ ਮਾਮਲੇ ਦੇ ਉੱਤੇ? ਇਸ ਲਈ ਇਹ ਸਭ ਤੋਂ ਬੜਾ ਸਵਾਲ ਹੈ। ਮੈਨੂੰ ਇਹ ਡਰ ਹੈ ਕਿ ਪੰਜਾਬ ਦੇ ਵਿੱਚ ਕਿਸਾਨੀ ਦੀ ਅਤੇ ਬਾਕੀ ਲੋਕਾਂ ਦੀ ਮੂਵਮੈਂਟ ਤਾਂ ਹੋਣੀ ਚਾਹੀਦੀ ਹੈ, ਪਰ ਜਿਹੜੀ ਸਿਆਸੀ ਧਿਰ ਹੈ ਸਾਡੀ ਸਾਰੀ, ਕਿਉਂਕਿ ਨੈਸ਼ਨਲ ਲੈਵਲ 'ਤੇ ਕਾਂਗਰਸ ਕੀ ਇੱਥੋਂ ਦੀ ਕਾਂਗਰਸ ਨੂੰ ਇਜਾਜ਼ਤ ਦੇਗੀ ਕਿ ਤੁਸੀਂ ਲੰਬੀ ਲੜਾਈ ਲੜੋ? ਨੈਸ਼ਨਲ ਲੈਵਲ ਦੀ ਆਮ ਆਦਮੀ ਪਾਰਟੀ ਕੀ ਇਹ ਇਜਾਜ਼ਤ ਦੇਗੀ ਇੱਥੋਂ ਦੀ ਆਮ ਆਦਮੀ ਪਾਰਟੀ ਨੂੰ ਤੁਸੀਂ ਲੰਬੀ ਲੜਾਈ ਲੜੋ? ਜਦੋਂ ਤੁਸੀਂ ਕਸ਼ਮੀਰ ਦੇ ਮਾਮਲੇ ਦੇ ਵਿੱਚ ਸਪੋਰਟ ਕਰ ਦਿੰਦੇ ਹੋ ਨਰਿੰਦਰ ਮੋਦੀ ਦੀ, ਤਾਂ ਇਕੱਲਾ ਇਹਦੇ 'ਤੇ ਵੀ ਫਿਰ ਤੁਹਾਡੇ 'ਤੇ ਪ੍ਰੈਸ਼ਰ ਪਊਗਾ, ਤਾਂ ਤੁਸੀਂ ਉੱਧਰ ਤਾਂ ਨਹੀਂ ਚਲੇ ਜਾਓਗੇ। ਔਰ ਖੇਤਰੀ ਪਾਰਟੀ ਜਿਹਨੇ ਇਹਦੇ ਲਈ ਖੜਨਾ ਸੀ ਉਹ ਪਹਿਲਾਂ ਹੀ ਦੂਜੇ ਪਾਸੇ ਜਾ ਚੁੱਕੀ ਹੈ। ਤਾਂ ਫਿਰ ਪੰਜਾਬ ਦੇ ਵਿੱਚ ਇੱਕ ਕਿਓਸ ਹੈ। ਆਲ ਪਾਰਟੀ ਮੀਟਿੰਗ ਹੋਈ, ਉਹਦੇ 'ਚ ਇੱਕ ਮਤਾ ਪਿਆ ਕਿ ਗਲਤ ਗੱਲ ਹੈ, ਇਹਨੂੰ ਵਾਪਸ ਹੋਣਾ ਚਾਹੀਦਾ, ਔਰ ਇੱਕ ਚੰਗੀ ਗੱਲ ਵੀ ਹੈ। ਪਰ ਜੇਕਰ ਬਾਕੀ ਦੀਆਂ ਚੀਜ਼ਾਂ ਜਿਹੜੇ ਵਾਅਦੇ ਨੇ, ਇੱਕ ਕਦਮ ਕਰਜ਼ੇ ਵਾਲੇ ਪੁੱਟਿਆ ਸੀ ਮਾੜਾ ਜਿਹਾ, ਕਿੱਥੇ ਖੜੇ ਹੋ ਤੁਸੀਂ? ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਸਿਆਸਤ ਤੇ ਡਾਊਟ ਸਾਰੀ ਤੇ ਹੋ ਰਿਹਾ। ਪਰ ਫਿਰ ਵੀ ਇੱਕ ਗੱਲ ਜ਼ਰੂਰ ਹੈ ਕਿ ਸਮੁੱਚੇ ਪੰਜਾਬੀਆਂ ਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ, ਜਥੇਬੰਦੀਆਂ ਦੇ ਬੈਨਰਾਂ ਤੋਂ ਉੱਪਰ ਉੱਠ ਕੇ ਇਹ ਪੰਜਾਬ ਦੀ ਹੋਣੀ ਦਾ ਸਵਾਲ ਹੈ, ਪੰਜਾਬ ਦੀ ਇੱਕ ਪੋਲਿਟਿਕਸ ਦਾ ਸਵਾਲ ਨਹੀਂ ਹੈ। ਪਰ ਇਹਦੇ ਵਿੱਚ ਤਾਂ ਹੁਣ ਕਿਸਾਨ ਵੀ ਵੰਡਿਆ ਨਜ਼ਰ ਆਉਣ ਲੱਗ ਗਿਆ, ਕਿਸਾਨ ਵੀ ਸਿਆਸੀ ਧਿਰਾਂ ਦੇ ਨਾਲ ਜੁੜੇ ਹੋਏ ਨੇ। ਨਹੀਂ ਕਿਸਾਨ ਨੇ, ਇਹ ਕਿਸੇ ਕਿਸਾਨ ਜਥੇਬੰਦੀ ਨੇ ਅੱਜ ਤੱਕ ਨਹੀਂ ਕਿਹਾ ਕਿ ਮੈਂ ਇਹਦੇ ਫੇਵਰ 'ਚ ਹਾਂ। ਔਰ ਸਾਰੀਆਂ ਬਹੁਤ ਡਿਸਫੇਵਰ ਹਾਲ ਤੱਕ ਦੇਖੋ, ਅਕਾਲੀ ਦਲ ਨਾਲ ਜਿਹੜੀ ਰਿਲੇਟਡ ਸੰਸਥਾ ਹੈ ਉਹ ਹਾਲ ਤੱਕ ਬਿਆਨਬਾਜ਼ੀ ਤੋਂ ਥੋੜਾ ਗੁਰੇਜ਼ ਕਰ ਰਹੇ ਨੇ। ਸਭ ਨੇ ਬਿਆਨ ਦਿੱਤੇ ਨੇ। ਅਕਾਲੀ ਦਲ ਦੇ ਨਾਲ ਲੱਖੋਵਾਲ ਸੀ, ਲੱਖੋਵਾਲ ਦਾ ਸਭ ਤੋਂ ਪਹਿਲਾਂ ਸਖਤ ਬਿਆਨ ਆਇਆ। ਰਾਜੇਵਾਲ ਨੇ 20 ਤਰੀਕ ਨੂੰ ਕਿਹਾ ਹੋਇਆ ਕਿ ਸਾਰੇ ਟਰੈਕਟਰ ਸੜਕਾਂ 'ਤੇ ਲਿਆਓ, ਤੇ ਬਾਕੀ ਜਥੇਬੰਦੀਆਂ ਆਪਦੇ ਲੈਵਲ 'ਤੇ ਪਿੰਡਾਂ ਪੁੰਡਾਂ 'ਚ ਹਜੇ ਕਿਸਾਨ ਪੰਜਾਬ ਦਾ ਝੋਨਾ ਲਾ ਰਿਹਾ, ਉਹਦੇ ਕੋਲ ਇੰਨੀ ਵੇਲ ਵੀ ਹੈ ਨਹੀਂ। ਅਗਲੇ 20-25 ਦਿਨਾਂ 'ਚੋਂ ਇਹ ਕਲੀਅਰ ਹੋਏਗਾ ਪੰਜਾਬ ਦਾ ਕਿਸਾਨ ਕਿਸ ਤਰੀਕੇ ਦੇ ਨਾਲ ਲੜਾਈ ਲੜਦਾ। ਪਰ ਇੱਕ ਗੱਲ ਕਲੀਅਰ ਹੈ ਕਿ ਪੰਜਾਬ ਦੇ ਇੰਟਰਸਟ ਦੇ ਵਿੱਚ, ਦੇਸ਼ ਦੇ ਇੰਟਰਸਟ ਦੇ ਵਿੱਚ, ਇਨਸਾਨੀਅਤ ਦੇ ਇੰਟਰਸਟ ਦੇ ਵਿੱਚ ਇਹ ਗੱਲ ਹੈ ਕਿ ਇਹਦੇ 'ਤੇ ਬਹੁਤ ਵੱਡੇ ਇੱਕ ਡੈਮੋਕ੍ਰੇਟਿਕ ਅੰਦੋਲਨ ਦੀ ਲੋੜ ਹੈ। ਬਾਕੀ ਚੀਜ਼ਾਂ, ਜੇ ਪੰਜਾਬ ਬਚੂਗਾ ਤਾਂ ਹੀ ਸਿਆਸਤ ਕਰੋਗੇ ਨਾ। ਜੇ ਉਹ ਉਜੜ ਗਿਆ, ਕੱਲ੍ਹ ਨੂੰ ਇੱਥੇ ਡਾਕੇ ਚੋਰੀਆਂ ਜੋ ਵੀ ਮਰਜ਼ੀ ਹੋਣ ਲੱਗਿਆ, ਸਿਆਸਤ ਨੇ ਕੀ ਕਰਨਾ? ਇਸ ਲਈ ਸਿਆਸਤ ਜੇ ਲੋਕਾਂ ਪੱਖੀ ਸਿਆਸਤ ਹੈ ਤਾਂ ਉਹ ਸਿਆਸਤ ਕਰੋਗੇ, ਉਹਦੇ 'ਤੇ ਲਿਆ ਕੇ ਖੜੇ ਹੋ। ਅਸੈਂਬਲੀ ਦਾ ਸੈਸ਼ਨ ਵੀ ਹੋਣਾ ਚਾਹੀਦਾ, ਉਹ 'ਚ ਚਰਚਾ ਕਰਨੀ ਚਾਹੀਦੀ ਹੈ ਸਪੈਸ਼ਲ 'ਚ। 5 ਦਿਨ ਬੈਠੇ ਚਰਚਾ ਕਰੋ, ਸਭ ਨੂੰ ਵਰ ਕੇ, ਕੁਝ ਵਿਦਵਾਨਾਂ ਨੂੰ ਬੁਲਾ ਕੇ ਵੀ ਸੁਣੋ ਇੱਥੇ ਅਸੈਂਬਲੀਆਂ ਦੇ ਵਿੱਚ, ਜੇਕਰ ਤੁਹਾਨੂੰ ਉਹ ਗੱਲ ਬਣਦੀ ਹੈ। ਉਦੋਂ ਬਾਅਦ ਜਾ ਕੇ ਇੱਕ ਇਹਦੇ ਲਈ ਲੜਾਈ ਦੇ ਲਈ ਤਿਆਰੀ ਪੰਜਾਬ ਨੂੰ ਕਰਨੀ ਪਏਗੀ, ਇਹ ਤਿੰਨੇ ਐਕਟਾਂ ਦੇ ਲਈ। ਨਹੀਂ ਇਹ ਬਹੁਤ ਖਤਰਨਾਕ ਨੇ। ਖੁੱਲ੍ਹੀ ਮੰਡੀ ਸਾਰੀ ਦੁਨੀਆ ਦੇ ਵਿੱਚ ਬਰਬਾਦ ਕਿਸਾਨੀ ਹੋਈ ਹੈ, ਅਤੇ ਕੋਈ ਦੇਸ਼ ਇਹੋ ਜਿਹਾ ਨਹੀਂ ਦੁਨੀਆ ਦਾ। ਅਸੀਂ ਕਿਹੜੇ ਮੂੰਹ ਨਾਲ ਆਪਣੇ ਕਿਸਾਨਾਂ ਨੂੰ ਕਹਿ ਰਹੇ ਹਾਂ ਤੁਹਾਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਜਿੱਥੇ ਕਿਸਾਨੀ ਖੁਦਕਸ਼ੀ ਨਹੀਂ ਕਰ ਰਹੀ ਕੋਈ ਦੇਸ਼ ਨਹੀਂ ਦੁਨੀਆ ਦਾ। ਔਰ ਉਹ ਵੀ ਉਹ ਦੇਸ਼ ਦੇ ਵਿੱਚ ਵੀ ਜਿੱਥੇ $1 ਬਿਲੀਅਨ ਸਬਸਿਡੀ ਮਿਲਦੀ ਹੈ, ਦਿੱਤੀ ਜਾ ਰਹੀ ਹੈ, ਤਾਂ ਵੀ ਕੋਈ ਖੇਤੀ ਕਰਨ ਲਈ ਤਿਆਰ ਨਹੀਂ ਹੈ। ਅਤੇ ਇਸ ਲਈ ਇਹ ਡਿਜ਼ਾਈਨ ਗਲੋਬਲ ਡਿਜ਼ਾਈਨ ਹੈ, ਇਕੱਲਾ ਸਾਡੇ ਵਾਲਾ ਨਹੀਂ। ਸਾਡੇ ਤਾਂ ਜੇ ਸਮਝ 'ਚ ਵੀ ਨਹੀਂ ਆ ਰਿਹਾ ਹੋਣਾ ਮੇਰੇ ਖਿਆਲ ਇਹਨਾਂ ਦੇ, ਅਤੇ ਜਾਂ ਬਹੁਤ ਛੋਟੇ ਮੋਟੇ ਲਾਲਚ 'ਚ, ਕਰਪਸ਼ਨ 'ਚ, ਪ੍ਰੋਫਿਟ 'ਚ, ਬੇਈਮਾਨੀ 'ਚ ਪੈ ਗਏ ਆ। ਅਤੇ ਇਹਨੂੰ ਸਮਝਣ ਦੀ ਲੋੜ ਹੈ। ਇਹਦੇ ਓਵਰਆਲ ਡਿਵੈਲਪਮੈਂਟ ਦੇ ਮਾਡਲ ਨੂੰ ਹੀ ਚੈਲੰਜ ਕਰਨਾ ਪਊਗਾ। ਪਰ ਹਾਲੇ 3 ਆਰਡੀਨੈਂਸਾਂ ਨੂੰ ਤਾਂ ਕਰੋ, ਇਹ ਉਦੋਂ ਬਾਅਦ ਦੇ ਸਵਾਲ ਨੇ। ਸਰਦਾਰ ਹਰਮੀਤ ਸਿੰਘ ਦੇ ਵਿਚਾਰ ਤੁਸੀਂ ਸੁਣ ਲਏ ਆਰਡੀਨੈਂਸ ਦੇ ਬਾਰੇ। ਜੇ ਚੈਨਲ ਸਾਡਾ ਇਹ ਤੁਹਾਨੂੰ ਪਸੰਦ ਆਉਂਦਾ ਇਹ ਐਪੀਸੋਡ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਇਹਨੂੰ ਲਾਈਕ ਕਰੋ, ਬੈਲ ਆਈਕਨ ਦਬਾਓ ਅਤੇ ਆਪਣੇ ਕਮੈਂਟ ਜ਼ਰੂਰ ਕਰੋ, ਤਾਂ ਕਿ ਬੈਲ ਆਈਕਨ ਦਬਾਉਣ ਨਾਲ ਤੁਹਾਨੂੰ ਅੱਗੇ ਵੀ ਸਾਡਾ ਨੋਟੀਫਿਕੇਸ਼ਨ ਇਸ ਤਰ੍ਹਾਂ ਹੀ ਮਿਲਦਾ ਰਹੇ।